ਹੁਣ ਮੈਂ ਚੌੜ ਨਹੀਂ ਕਰਦਾ। ਕਹਾਣੀਕਾਰ ਜਗਦੀਸ਼ ਕੌਸ਼ਲ। ਸਕੂਲ ਦੀ ਸੱਜੀ ਕੰਧ ਵਾਲੇ ਪਾਸੇ ਟਾਹਲੀ ਹੇਠਾਂ 5ਵੀਂ ਜਮਾਤ ਨੂੰ ਮਾਸਟਰ ਨੇ ਹਿਸਾਬ ਦੇ ਕੁਝ ਸਵਾਲ ਸਮਝਾਏ ਤੇ ਬਾਕੀ ਆਪੇ ਕਰਨ ਨੂੰ ਦੇ ਦਿੱਤੇ। ਇਸੇ ਜਮਾਤ ਦੇ ਸਿਆਣੇ ਵਿਦਿਆਰਥੀ ਹਰਦਿਆਲ ਨੂੰ ਉਹਨੇ ਗੇਟ ਤੋਂ ਬਰਾਂਡੇ ਤੱਕ 7 ਫੁੱਟੇ ਰਾਹ ਦੇ ਨਾਲ ਨਿੰਮ ਤੇ ਅੰਬ ਹੇਠ ਪਹਿਲੀ ਅਤੇ ਦੂਜੀ ਜਮਾਤ ਵੱਲ ਤੋਰ ਦਿੱਤਾ, ਤਾਂ ਜੋ ਉਹ ਉਹਨਾਂ ਦੀ ਅੱਖਰਾਂ ਤੇ ਸ਼ਬਦ ਜੋੜਾਂ ਦੀ, ਅੰਕਾਂ ਤੇ ਪਹਾੜਿਆਂ ਦੀ ਦੁਹਰਾਈ ਕਰਵਾਉਂਦਾ ਰਹੇ। ਆਪ ਉਹ ਅਜੇ 5ਵੀਂ ਦੇ ਨਾਲ ਬੈਠੀ ਚੌਥੀ ਜਮਾਤ ਵੱਲ ਹੋਇਆ ਹੀ ਸੀ ਕਿ ਉਸ ਤੋਂ ਅੱਗੇ ਦਫ਼ਤਰ ਵੱਲ ਪਿੱਪਲ ਹੇਠ ਬੈਠੀ ਤੀਜੀ ਜਮਾਤ ਦੇ 2 ਬੱਚੇ ਆਪਸ ਵਿੱਚ ਝਗੜਦੇ ਹੋਏ ਉਹਦੇ ਕੋਲ ਆ ਗਏ। ਦੋਵੇਂ ਇੱਕ ਦੂਜੇ ਤੋਂ ਅੱਗੇ ਵੱਧ ਕੇ ਸ਼ਿਕਾਇਤ ਕਰ ਰਹੇ ਸਨ। ਮਾਸਟਰ ਜੀ, ਆਹ ਦੇਖੋ ਜੀ, ਜਾਂਟੇ ਨੇ ਮੇਰੀ ਕਿਤਾਬ ਪਾੜਤੀ ਜੀ। ਮੈਂ ਨਹੀਂ ਪੜ੍ਹੀ ਜੀ, ਮੈਂ ਤਾਂ ਦੇਖਣ ਲੱਗਾ ਸੀ। ਇਹਨੇ ਖਿੱਚ ਲਈ ਤਾਂ ਪਾੜ ਗਈ ਜੀ। ਨਹੀਂ ਜੀ, ਇਹਨੇ ਜਾਣ ਕੇ ਪਾੜੀ ਹੈ ਜੀ। ਮਾਸਟਰ ਸਮਝ ਗਿਆ ਕਸੂਰ ਕਿਸੇ ਦਾ ਕੋਈ ਖਾਸ ਨਹੀਂ ਸੀ। ਇੱਕ ਜਣਾ ਕਿਤਾਬ ਦੇਖਣੀ ਚਾਹੁੰਦਾ ਸੀ, ਦੂਜਾ ਦਿਖਾਉਣੀ ਨਹੀਂ ਸੀ ਚਾਹੁੰਦਾ। ਖੁਆਹੇ ਵਿੱਚ ਇੱਕ ਵਰਕਾ ਥੋੜਾ ਜਿਹਾ ਪਾਟ ਗਿਆ ਸੀ। ਮਾਮੂਲੀ ਗੱਲ ਸਮਝ ਕੇ ਮਾਸਟਰ ਨੇ ਫੈਸਲਾ ਸੁਣਾ ਦਿੱਤਾ। ਕੋਈ ਨਹੀਂ ਓਏ ਮੀਤਿਆ, ਜਾਂਟੇ ਨੂੰ ਵੀ ਨਾਲ ਪੜ੍ਹਾ ਲੈ। ਦੋਵੇਂ ਜਣੇ ਰਲ ਕੇ ਪੜ੍ਹ ਲਓ। ਜਾਓ ਬੈਠੋ। ਤੇ ਉਹ ਵਿਗਿਆਨ ਦੀ ਕਿਤਾਬ ਲੈ ਕੇ ਚੌਥੀ ਜਮਾਤ ਨੂੰ ਸੰਬੋਧਨ ਹੋਇਆ। ਹਾਂ ਬਈ ਦੱਸੋ। ਪਰ ਮੀਤੇ ਦੀ ਕਿਤਾਬ ਪਾਟ ਗਈ ਸੀ। ਮਾਸਟਰ ਦੇ ਫੈਸਲੇ ਨਾਲ ਉਹਦੀ ਤਸੱਲੀ ਨਹੀਂ ਸੀ ਹੋਈ। ਵਾਪਸ ਆਪਣੀ ਥਾਂ ਬੈਠਦਿਆਂ ਹੀ ਉਹਨੇ ਜੰਟੇ ਨੂੰ ਕਿਤਾਬ ਦਿਖਾਉਣ ਤੋਂ ਨਾ ਕਰ ਦਿੱਤੀ। ਜੰਟੇ ਨੇ ਖਿੱਚ ਧੂ ਕੀਤੀ, ਦੋਵੇਂ ਘਸੁੰਨ ਮੁੱਕੀ ਹੋ ਪਏ। ਕੇਸ ਫੇਰ ਮਾਸਟਰ ਦੇ ਕੋਲ ਆ ਗਿਆ। ਮਾਸਟਰ ਨੇ ਦੋਵਾਂ ਨੂੰ ਹੱਥ ਉੱਪਰ ਕਰਕੇ ਖੜੇ ਰਹਿਣ ਦੀ ਸਜ਼ਾ ਦੇ ਦਿੱਤੀ। ਉਹ ਆਪ ਫੇਰ ਚੌਥੀ ਜਮਾਤ ਨੂੰ ਸੰਬੋਧਨ ਹੋਇਆ। ਹਾਂ ਬਾਈ, ਮੈਂ ਪੁੱਛ ਰਿਹਾ ਸਾਂ, ਸੂਰਜ ਧਰਤੀ ਦੁਆਲੇ ਘੁੰਮਦਾ ਹੈ ਕਿ ਧਰਤੀ ਸੂਰਜ ਦੁਆਲੇ? ਜਵਾਬ ਦੇਣ ਲਈ ਬੱਚਿਆਂ ਨੇ ਹੱਥ ਖੜੇ ਕੀਤੇ। ਮਾਸਟਰ ਨੇ ਦੇਖਿਆ ਉਹਨਾਂ ਦੇ ਹਿਲਦੇ ਹੱਥਾਂ ਦੇ ਮੂਹਰੇ ਪਹਿਲੀ ਜਮਾਤ ਦਾ ਬੱਚਾ ਆ ਕੇ ਰੁਕਾਵਟ ਬਣ ਗਿਆ ਸੀ। ਬੱਚਾ ਸੱਜੇ ਹੱਥ ਦੀ ਚੀਚੀ ਉਂਗਲੀ ਖੜੀ ਕਰਕੇ ਪੁੱਛ ਰਿਹਾ ਸੀ, ਮਾਸਟਰ ਜੀ, ਮੌਤ ਕਰ ਰਿਹਾ ਵਾਂ ਜੀ। ਮਾਸਟਰ ਜੀ ਦੀ ਧਰਤੀ ਤੇ ਸੂਰਜ ਦੀ ਬਾਤ ਫਿਰ ਰੁਕ ਗਈ। ਉਹਨੇ ਪਹਿਲੀ ਦੂਜੀ ਸੰਭਾਲ ਰਹੇ ਮੁੰਡੇ ਨੂੰ ਆਵਾਜ਼ ਮਾਰੀ, ਓ ਹਰਦਿਆਲ, ਓ ਇਹਨੂੰ ਮੇਰੇ ਕੋਲ ਕਾਹਤੋਂ ਘੱਲਤਾ? ਹਰਦਿਆਲ ਨੇ ਵੀ ਦੂਰੋਂ ਉੱਚੀ ਦੇਣੀ ਉੱਤਰ ਮੋੜਿਆ, ਮੈਂ ਨਹੀਂ ਜੀ ਘੱਲਿਆ। ਉਹ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਦੋਂ ਤੁਹਾਡੇ ਕੋਲ ਆ ਗਿਆ। ਮਾਸਟਰ ਨੇ ਛੁੱਟੀ ਮੰਗਣ ਆਏ ਮੁੰਡੇ ਨੂੰ ਕਿਹਾ, ਉਹ ਜਾ ਓਏ ਭਾਜਾ, ਅੱਧੀ ਛੁੱਟੀ ਹੁਣੇ ਹੋ ਕੇ ਹਟੀ ਆ, ਅਜੇ ਕੋਈ ਛੁੱਟੀ ਨਹੀਂ ਮਿਲਣੀ। ਜਾ ਬੈਠ ਜਾ ਕੇ। ਬੱਚੇ ਨੂੰ ਉਹਦੀ ਜਮਾਤ ਵੱਲ ਤੋਰ ਕੇ ਮਾਸਟਰ ਫੇਰ ਧਰਤੀ ਤੇ ਸੂਰਜ ਦੇ ਗੇੜਿਆਂ ਦੀ ਗੱਲ ਕਰਨ ਲੱਗਾ। ਕੁਝ ਮਿੰਟ ਹੀ ਬੀਤੇ ਸਨ ਕਿ ਹਰਦਿਆਲ ਨੇ ਆ ਕੇ ਟੋਕ ਦਿੱਤਾ, ਮਾਸਟਰ ਜੀ, ਜਿਹਨੂੰ ਤੁਸੀਂ ਛੁੱਟੀ ਨਹੀਂ ਸੀ ਦਿੱਤੀ ਨਾ, ਉਹਨੇ ਕੱਛੇ 'ਚ ਹੀ ਮੂਤਾ ਜੀ। ਮਾਸਟਰ ਖਿੱਝ ਕੇ ਬੋਲਿਆ, ਓਏ ਯਾਰ, ਉਹ ਕੁਝ ਪੜ੍ਹਨ ਪੜਾਉਣ ਵੀ ਦਿਓਗੇ ਕਿ ਨਹੀਂ? ਤੇ ਫੇਰ ਕੁਝ ਸਹਿਜ ਹੋਣ ਦੀ ਕੋਸ਼ਿਸ਼ ਕਰਦਿਆਂ ਕਿਹਾ, ਇਉਂ ਕਰ, ਇਹਨੂੰ ਬਸਤਾ ਚੁਕਾ ਕੇ ਘਰ ਭੇਜ ਦੇ। ਹਰਦਿਆਲ ਮੁੜ ਚੱਲਿਆ। ਮਾਸਟਰ ਨੇ ਕੁਝ ਸੋਚ ਕੇ ਉਹਨੂੰ ਮੁੜ ਜਾਂਦੇ ਨੂੰ ਕਿਹਾ, ਚੱਲ ਬੈਠਾ ਰਹਿਣ ਦੇ। ਇੰਨੀ ਦੂਰ ਕੱਲਾ ਕਿਵੇਂ ਜਾਊਗਾ? ਇੰਨੀ ਧੁੱਪ ਪੈਂਦੀ ਆ, ਰਾਹ 'ਚ ਛੱਪੜ ਆ, ਰੜਾ ਮੈਦਾਨ ਹੈ, ਕੱਲੇ ਨੂੰ ਨਹੀਂ ਭੇਜਣਾ। ਮੈਂ ਛੱਡਿਆ ਵਾਂ ਜੀ। ਧਰਤੀ ਤੇ ਸੂਰਜ ਦੇ ਗੇੜ ਤੋਂ ਮੁਕਤੀ ਪ੍ਰਾਪਤ ਕਰਨ ਦੇ ਚਾਹਵਾਨ ਚੌਥੀ ਜਮਾਤ ਦੇ ਕੁਝ ਮੁੰਡੇ ਆਪਣੀਆਂ ਸੇਵਾਵਾਂ ਪੇਸ਼ ਕਰਨ ਲਈ ਹੱਥ ਹਿਲਾਉਣ ਲੱਗ ਪਏ। ਮਾਸਟਰ ਨੇ ਉਹਨਾਂ ਨੂੰ ਝਿੜਕਿਆ, ਬੈਠੇ ਰਹੋ ਚੁੱਪ ਕਰਕੇ। ਆਏ ਵੱਡੇ ਸਮਾਜ ਸੇਵਕ। ਤੇ ਫੇਰ ਉਹਨੇ ਹਰਦਿਆਲ ਨੂੰ ਹਦਾਇਤ ਦਿੱਤੀ, ਇਉਂ ਕਰ, ਉਹਨੂੰ ਮੂਤ ਕਰਨ ਭੇਜ ਦੇ, ਨਾਲੇ ਕहीं ਹੱਥ ਪੈਰ ਧੋ ਲਵੇ। ਕਿਸੇ ਵੱਡੇ ਮੁੰਡੇ ਨੂੰ ਨਾਲ ਭੇਜ ਦੇਵੀਂ। ਇੰਜ ਕਰਦਿਆਂ ਕਰਾਉਂਦਿਆਂ ਖਿੱਚ ਧੂ ਕਰਕੇ ਮਾਸਟਰ ਨੇ ਚੌਥੀ ਜਮਾਤ ਦਾ ਪਾਠ ਪੂਰਾ ਕੀਤਾ। ਬੱਚਿਆਂ ਨੂੰ ਅਗਲਾ ਕੰਮ ਦੇ ਕੇ ਉਹਨੇ ਕੁਰਸੀ ਘੜੀਸੀ ਤੇ ਪਿੱਪਲ ਹੇਠ ਤੀਜੀ ਜਮਾਤ ਵੱਲ ਹੋ ਗਿਆ। ਤੀਜੀ ਜਮਾਤ ਨੇ ਵੀ ਵਿਗਿਆਨ ਦੀਆਂ ਕਿਤਾਬਾਂ ਕੱਢ ਲਈਆਂ। ਇੱਕ ਕਤਾਰ ਦੀ ਇੱਕ ਕੁੜੀ ਖੜੀ ਹੋ ਗਈ, ਵੀਰ ਜੀ, ਇੱਧਰ ਧੁੱਪ ਆ ਗਈ ਜੀ, ਤੱਪੜ ਹੋਦਰ ਨੂੰ ਕਰ ਲਈਏ ਜੀ? ਆਹੋ ਕਰ ਲਓ। ਮਾਸਟਰ ਨੇ ਇਜਾਜ਼ਤ ਦਿੱਤੀ। ਬਜਾਏ ਇਸਦੇ ਕਿ ਕੁੜੀਆਂ ਵਾਲਾ ਤੱਪੜ ਧੁੱਪ ਵਾਲੇ ਪਾਸਿਓਂ ਚੁੱਕ ਕੇ ਛਾਵੇਂ ਵਿਛਾ ਦਿੱਤਾ ਜਾਂਦਾ, ਛਾਂ ਵਿੱਚ ਬੈਠੇ ਮੁੰਡੇ ਵੀ ਆਪਣੇ 2 ਤੱਪੜ ਘੜੀਸਣ ਲੱਗ ਪਏ। ਘੜੀਸਾ ਘੜੀਸੀ ਪਿੱਛੋਂ ਜਦੋਂ ਟਿਕਟਿਕਾ ਹੋ ਗਿਆ
ਤਾਂ ਮਾਸਟਰ ਨੇ ਇੱਕ ਬੱਚੇ ਤੋਂ ਕਿਤਾਬ ਮੰਗੀ। ਬੱਚਾ ਕਿਤਾਬ ਦੇ ਹੀ ਰਿਹਾ ਸੀ ਕਿ ਚੌਥੀ ਜਮਾਤ ਦਾ ਇੱਕ ਮੁੰਡਾ ਸਮੱਸਿਆ ਲੈ ਕੇ ਆ ਗਿਆ। ਖੋਲੀ ਹੋਈ ਕਿਤਾਬ ਮਾਸਟਰ ਮੂਹਰੇ ਕਰਕੇ ਉਹਨੇ ਪੁੱਛਿਆ, ਮਾਸਟਰ ਜੀ ਆ ਗੱਲ ਜੀ ਨਹੀਂ ਪਤਾ ਲੱਗੀ ਬਈ ਧਰਤੀ ਘੁੰਮੀ ਕਿਵੇਂ ਜਾਂਦੀ ਹੈ ਜੀ? ਮਾਸਟਰ ਸ਼ਸ਼ੋ ਪੰਜ ਵਿੱਚ ਪੈ ਗਿਆ। ਉਹਨੂੰ ਸਮਝ ਨਾ ਆਈ ਕਿ ਮੁੰਡੇ ਨੂੰ ਕੀ ਜਵਾਬ ਦੇਵੇ, ਪਰ ਜਵਾਬ ਤਾਂ ਕੋਈ ਦੇਣਾ ਹੀ ਸੀ, ਸੋ ਦਿੱਤਾ। ਤੂੰ ਇਉਂ ਕਰ, ਅਜੇ ਆਪੇ ਸਮਝਣ ਦੀ ਕੋਸ਼ਿਸ਼ ਕਰ। ਜੇ ਸਮਝ ਨਾ ਆਵੇ ਤਾਂ ਗੁਰਪਾਲ ਜਾਂ ਨਰਮਲ ਨੂੰ ਪੁੱਛ ਲਈ। ਜੇ ਫਿਰ ਵੀ ਸਮਝ ਨਾ ਆਈ ਫਿਰ ਮੈਂ ਸਮਝਾ ਦੂੰ। ਜਾ। ਮੁੰਡਾ ਪਾਠ ਉੱਤੇ ਨਜ਼ਰਾਂ ਕੱਢੀ ਸਮਝਣ ਦੀ ਕੋਸ਼ਿਸ਼ ਵਿੱਚ ਸਿਰ ਹਿਲਾਉਂਦਾ ਮੁੜ ਗਿਆ। ਮਾਸਟਰ ਨੇ ਤੀਜੀ ਦੇ ਇੱਕ ਹੁਸ਼ਿਆਰ ਮੁੰਡੇ ਨੂੰ ਖੜਾ ਕੀਤਾ ਤੇ ਪਾਠ ਪੜ੍ਹਨ ਲਈ ਕਿਹਾ। ਮੁੰਡੇ ਨੇ ਜਦੋਂ ਇੱਕ ਪੈਰਾ ਮੁਕਾ ਲਿਆ ਤਾਂ ਮਾਸਟਰ ਨੇ ਪੈਰੇ ਦੀ ਵਿਆਖਿਆ ਅਜੇ ਸ਼ੁਰੂ ਹੀ ਕੀਤੀ ਸੀ ਕਿ ਹਰਦਿਆਲ ਦੂਜੀ ਜਮਾਤ ਦੇ ਬਸੰਤ ਨੂੰ ਫੜ ਕੇ ਲੈ ਆਇਆ। ਆਹ ਦੇਖੋ ਜੀ, ਆਪਦੀ ਥਾਂ ਤੇ ਨਹੀਂ ਬਹਿੰਦਾ, ਕਦੇ ਕਿਸੇ ਦੀ ਕਿਤਾਬ ਕਾਪੀ ਛੇੜਨ ਲੱਗ ਪੈਂਦਾ, ਕਦੀ ਕਿਸੇ ਕੁੜੀ ਦੀ ਗੁੱਤ ਖਿੱਚ ਦਿੰਦਾ। ਮਾਸਟਰ ਨੇ ਗੋਲ ਮਟੋਲ ਜਿਹੇ ਬਸੰਤ ਦੀਆਂ ਗੋਰੀਆਂ ਗੱਲਾਂ ਉੱਤੇ ਦੋ ਚਪੇੜਾਂ ਜੜ ਦਿੱਤੀਆਂ ਤੇ ਕਿਹਾ, ਜੇ ਹੁਣ ਤੂੰ ਕੋਈ ਚੌੜ ਕੀਤੀ ਨਾ ਤੇ ਦੇਖੀ ਫਿਰ। 15 ਕੁ ਮਿੰਟ ਬੀਤੇ ਸਨ। ਮਾਸਟਰ ਨੇ ਤੀਜੀ ਜਮਾਤ ਦਾ ਹੱਥਲਾ ਪਾਠ ਅੱਧਾ ਕੁ ਮੁਕਾ ਲਿਆ ਸੀ। ਹਰਦਿਆਲ ਫੇਰ ਬਸੰਤ ਨੂੰ ਫੜ ਕੇ ਲੈ ਆਇਆ। ਇਹ ਜੀ ਅਜੇ ਵੀ ਨਹੀਂ ਹਟਿਆ, ਸਾਰਿਆਂ ਨੂੰ ਤੰਗ ਕਰੀ ਜਾਂਦਾ ਹੈ। ਮਾਸਟਰ ਨੇ ਗੁੱਸੇ ਵਿੱਚ ਤੇ ਸਜ਼ਾ ਦੇਣ ਦੇ ਰੌਂ ਵਿੱਚ ਬਸੰਤ ਵੱਲ ਦੇਖਿਆ, ਫਿਰ ਹਰਦਿਆਲ ਨੂੰ ਕਿਹਾ, ਇਹਨਾਂ ਨੂੰ ਗਿਣਤੀ ਤੇ ਪਹਾੜੇ ਲਿਖਵਾਏ ਸੀ? ਉਹ ਤਾਂ ਜੀ ਇਹਨੇ ਸਭ ਤੋਂ ਪਹਿਲਾਂ ਲਿਖ ਲਏ ਸੀ। ਤੇ ਸਲੇਖ ਲਿਖਣ ਲੱਗਾ ਵੀ ਮਿੰਟ ਲਾਉਂਦਾ, ਆਪਦਾ ਕੰਮ ਛੇਤੀ ਛੇਤੀ ਕਰਕੇ ਦੂਜਿਆਂ ਨੂੰ ਤੰਗ ਕਰਨ ਲੱਗ ਪੈਂਦਾ ਜੀ। ਮਾਸਟਰ ਬਸੰਤ ਨੂੰ ਸੰਬੋਧਿਤ ਹੋਇਆ, ਤੂੰ ਇਉਂ ਕਰ ਓਏ, ਬਸਤਾ ਚੁੱਕ ਲਿਆ ਇੱਥੇ ਮੇਰੇ ਕੋਲ ਬੈਠ ਆ ਕੇ। ਬਸੰਤ ਹਰਦਿਆਲ ਦੇ ਪਿੱਛੇ ਪਿੱਛੇ ਮੁੜ ਗਿਆ ਤੇ ਥੋੜੀ ਦੇਰ ਬਾਅਦ ਬਸਤਾ ਲੈ ਕੇ ਆ ਗਿਆ। ਮਾਸਟਰ ਨੇ ਉਹਨੂੰ ਆਪਣੀ ਕੁਰਸੀ ਦੇ ਕੋਲ ਸੱਜੇ ਪਾਸੇ ਬਿਠਾ ਲਿਆ ਤੇ ਕਿਤਾਬ ਕਾਪੀ ਤੇ ਪੈਨਸਲ ਕਢਵਾ ਕੇ ਲਿਖਣ ਦੇ ਕੰਮ ਲਾ ਦਿੱਤਾ। ਉਹਦੇ ਵੱਲੋਂ ਨਿਸ਼ਚਿੰਤ ਹੋ ਕੇ ਮਾਸਟਰ ਫੇਰ ਤੀਜੀ ਜਮਾਤ ਨੂੰ ਪੜ੍ਹਾਉਣ ਵਿੱਚ ਰੁੱਝ ਗਿਆ। ਕੁਝ ਚਿਰ ਬਾਅਦ ਮਾਸਟਰ ਨੇ ਦੇਖਿਆ ਬਸੰਤ ਕੁਰਸੀ ਵੱਲੋਂ ਖਿਸਕ ਕੇ ਮੂਹਰੇ ਬੈਠੀ ਇੱਕ ਕੁੜੀ ਦੀ ਕਾਪੀ ਉਲਟਣ ਪਲਟਣ ਲੱਗਿਆ ਪਿਆ ਸੀ। ਮਾਸਟਰ ਨੇ ਉਹਨੂੰ ਕੰਨੋਂ ਫੜ ਕੇ ਕਿਹਾ, ਉਹ ਮੇਰੇ ਇੱਥੇ ਹੋਣ ਦਾ ਵੀ ਡਰ ਨਹੀਂ, ਇੱਥੇ ਵੀ ਪੰਗੇ ਲਈ ਜਾਣਾ? ਚੱਲ ਦਫ਼ਤਰ ਮੂਹਰੇ ਬਰਾਂਡੇ ਵਿੱਚ ਜਾ ਕੇ ਬੈਠ ਤੇ 10 ਤੱਕ ਪਹਾੜੇ ਲਿਖ, ਮੈਂ ਹੁਣੇ ਆ ਕੇ ਦੇਖੂੰਗਾ। ਤੀਜੀ ਜਮਾਤ ਤੋਂ ਵਿਹਲੇ ਹੋ ਕੇ ਮਾਸਟਰ ਦਾ ਧਿਆਨ ਬਰਾਂਡੇ ਵੱਲ ਨੂੰ ਗਿਆ। ਉਹਨੂੰ ਲੱਗਿਆ ਬਸੰਤ ਆਪਣਾ ਬਸਤਾ ਲੈ ਕੇ ਦਫ਼ਤਰ ਮੂਹਰੇ ਬਰਾਂਡੇ ਵਿੱਚ ਉਹਦੇ ਮੁਤਾਬਕ ਕੰਮ ਨਹੀਂ ਸੀ ਕਰ ਰਿਹਾ, ਕੁਝ ਹੋਰ ਕਰ ਰਿਹਾ ਸੀ। ਮਾਸਟਰ ਸ਼ਿਕਾਰੀ ਵਾਂਗ ਕੰਧ ਦੇ ਨਾਲ ਛਹਿ ਕੇ ਤੁਰਦਾ ਦਫ਼ਤਰ ਦੇ ਕੋਲੋਂ ਅਚਾਨਕ ਬਰਾਂਡੇ ਵਿੱਚ ਪਹੁੰਚ ਗਿਆ। ਉਹਨੇ ਦੇਖਿਆ ਬਸੰਤ ਕਾਪੀ ਵਿੱਚੋਂ ਵਰ ਕੇ ਪਾੜ ਕੇ ਕਿਸ਼ਤੀਆਂ ਤੇ ਰਾਕਟ ਬਣਾ ਰਿਹਾ ਸੀ। ਮਾਸਟਰ ਨੂੰ ਗੁੱਸਾ ਆ ਗਿਆ, ਤੂੰ ਅਜੇ ਵੀ ਸ਼ਰਾਰਤਾਂ ਕਰਨੋਂ ਨਹੀਂ ਹਟਿਆ, 10 ਤੱਕ ਪਹਾੜੇ ਨਹੀਂ ਨਾ ਲਿਖੇ, ਤੂੰ ਐਵੇਂ ਸੂਤ ਨਹੀਂ ਆਉਣਾ। ਤੇ ਮਾਸਟਰ ਬਸੰਤ ਨੂੰ ਉਹਦਾ ਬਸਤਾ ਚੁਕਵਾ ਕੇ ਸਟੋਰ ਵਾਲੇ ਪਾਸੇ ਦੇ ਵੱਡੇ ਕਮਰੇ ਵਿੱਚ ਲੈ ਆਇਆ। ਇਹ ਕਮਰਾ ਬਹੁਤ ਕਰਕੇ ਵਿਹਲਾ ਤੇ ਬੰਦ ਹੀ ਰਹਿੰਦਾ ਸੀ। ਤੱਪੜ ਤੇ ਹੋਰ ਨਿੱਕ-ਸੁੱਕ ਸਟੋਰ ਵਿੱਚ ਰੱਖ ਦਿੱਤਾ ਜਾਂਦਾ ਸੀ। ਕੁਰਸੀਆਂ ਤੇ ਮੇਜ਼ ਦਫ਼ਤਰ ਵਿੱਚ ਟਿਕ ਜਾਂਦੇ ਸਨ। ਕਦੇ ਕਦਾਈ ਮੀਂਹ ਕਣੀ ਵੇਲੇ ਇੱਕ ਦੋ ਜਮਾਤਾਂ ਇਸ ਕਮਰੇ ਵਿੱਚ ਬਿਠਾ ਦਿੱਤੀਆਂ ਜਾਂਦੀਆਂ ਸਨ, ਜਾਂ ਫਿਰ ਇਹ ਕਮਰਾ ਉਦੋਂ ਵਰਤਿਆ ਜਾਂਦਾ ਸੀ ਜਦੋਂ ਕਿਸੇ ਸ਼ਰਾਰਤੀ ਬੱਚੇ ਨੂੰ ਇਕੱਲ ਭੋਗਣ ਦੀ ਸਜ਼ਾ ਦਿੱਤੀ ਜਾਣੀ ਹੁੰਦੀ ਸੀ। ਤੇ ਅੱਜ ਇਹ ਸਜ਼ਾ ਦੂਜੀ ਜਮਾਤ ਦੇ ਬਸੰਤ ਨੂੰ ਮਿਲੀ ਸੀ। ਮਾਸਟਰ ਨੇ ਉਹਨੂੰ ਕਮਰੇ ਅੰਦਰ ਵਾੜ ਕੇ ਕਿਹਾ, ਬੰਦਾ ਬਣ ਕੇ ਇੱਥੇ ਬੈਠ, ਜਦੋਂ ਚੌੜ ਕਰਨੋਂ ਹਟੇਗਾ ਮਾਫੀ ਮੰਗੇਗਾ ਉਦੋਂ ਕੱਢੂੰਗਾ। ਹੁਣ ਤੱਕ ਤੂੰ ਦੂਜਿਆਂ ਨੂੰ ਤੰਗ ਕਰਦਾ ਰਿਹਾ, ਹੁਣ ਆਪ ਤੰਗ ਹੋ। ਵੱਡੇ ਸਾਰੇ ਕਮਰੇ ਦੇ ਫਰਸ਼ ਉੱਤੇ ਡੌਰ ਭੌਰ ਹੋਇਆ ਖੜਾ ਬਸੰਤ ਮਾਸਟਰ ਵੱਲ ਇੰਜ ਬਿਟਰ ਤੱਕ ਰਿਹਾ ਸੀ ਜਿਵੇਂ ਉਸਨੂੰ ਸਮਝ ਨਾ ਆ ਰਹੀ ਹੋਵੇ ਕਿ ਉਹਦੇ ਕੋਲੋਂ ਕਿਹੜੀ ਇੰਨੀ ਵੱਡੀ ਗਲਤੀ ਹੋ ਗਈ ਸੀ ਜਿਸ ਕਰਕੇ ਉਹਨੂੰ ਇਕਾਂਤਵਾਸ ਦੀ ਸਜ਼ਾ ਦਿੱਤੀ ਜਾ ਰਹੀ ਸੀ। ਪਰ ਉਹ ਬੋਲਿਆ ਕੁਝ ਨਹੀਂ। ਕੀ ਪਤਾ ਬੋਲਣ ਕਰਕੇ ਮਾਸਟਰ ਉਹਨੂੰ ਕੰਨ ਫੜਨ ਦੀ ਸਜ਼ਾ ਵੀ ਦੇ ਦੇਵੇ। ਮਾਸਟਰ ਬਸੰਤ ਨੂੰ ਕਮਰੇ ਅੰਦਰ ਛੱਡ ਕੇ ਬਾਹਰੋਂ ਕੁੰਡਾ ਲਾ ਕੇ ਬਾਕੀ ਸਕੂਲ ਸੰਭਾਲਣ ਚਲਿਆ ਗਿਆ। ਬਸੰਤ ਨੂੰ ਸਕੂਲ ਦੀ ਸਾਰੀ ਰੌਣਕ ਦਿਸਣੋਂ ਹਟ ਗਈ। ਉਹਨੇ ਪਿਛਲੇ ਪਾਸੇ ਦੇਖਿਆ, ਉਧਰ ਖੇਤਾਂ ਵੱਲ ਦੀਆਂ ਦੋਵੇਂ ਖਿੜਕੀਆਂ ਵੀ ਬੰਦ ਸਨ। ਉਹਨਾਂ ਦੀਆਂ ਚਟਕੜੀਆਂ ਇੰਨੀਆਂ ਉੱਚੀਆਂ ਸਨ ਕਿ ਨਿੱਕੇ ਜਿਹੇ ਬਸੰਤ ਵਾਸਤੇ ਇਹਨਾਂ ਤੱਕ ਕੱਪੜਨਾ ਸੰਭਵ ਨਹੀਂ ਸੀ। ਉਹਨੇ ਬੰਦ ਖਿੜਕੀਆਂ ਵੱਲ ਇੰਜ ਵੇਖਿਆ ਜਿਵੇਂ ਸੋਚ ਰਿਹਾ ਹੋਵੇ, ਕਾਸ਼ ਜੇ ਇਹ ਖੁੱਲੀਆਂ ਹੁੰਦੀਆਂ ਤਾਂ ਖੇਤਾਂ ਵੱਲ ਦੇ ਨਜ਼ਾਰੇ ਹੀ ਦੇਖਣ ਨੂੰ ਮਿਲ ਜਾਂਦੇ।
ਫਿਰ ਉਹਨੇ ਖਿੜਕੀਆਂ ਵੱਲੋਂ ਇੱਕਦਮ ਧਿਆਨ ਹਟਾ ਲਿਆ, ਜਿਵੇਂ ਉਹਨੂੰ ਖਿਆਲ ਆ ਗਿਆ ਹੋਵੇ ਕਿ ਇਸ ਗੱਲ ਦੀ ਤਾਂ ਸਜ਼ਾ ਮਿਲੀ ਸੀ ਕਿ ਉਹਦਾ ਧਿਆਨ ਇੱਧਰ-ਉੱਧਰ ਬਹੁਤ ਰਹਿੰਦਾ ਸੀ ਤੇ ਉਹ ਟਿਕ ਕੇ ਨਹੀਂ ਸੀ ਬੈਠਦਾ, ਤੇ ਉਹ ਬਲੈਕਬੋਰਡ ਵਾਲੇ ਪਾਸੇ ਦੀ ਖਿੜਕੀ ਦੇ ਹੇਠਾਂ ਕੰਧ ਨਾਲ ਲੱਗ ਕੇ ਟਿਕ ਕੇ ਬੈਠ ਗਿਆ। ਉਹਨੇ ਬਸਤੇ ਵਿੱਚੋਂ ਸਾਰਾ ਸਮਾਨ ਕੱਢ ਕੇ ਬਾਹਰ ਰੱਖ ਲਿਆ, ਜਿਵੇਂ ਮਾਸਟਰ ਨੂੰ ਦਿਖਾਉਣਾ ਹੋਵੇ ਕਿ ਉਹਨੇ ਕਮਰੇ ਵਿੱਚ ਬੰਦ ਰਹਿ ਕੇ ਸ਼ਰਾਰਤਾਂ ਨਹੀਂ ਸਨ ਕੀਤੀਆਂ, ਪੜ੍ਹਾਈ ਕੀਤੀ ਸੀ। ਉਹਨੇ ਕਾਪੀ ਵਿੱਚ ਪੈਨਸਲ ਨਾਲ 10 ਤੱਕ ਦੇ ਪਹਾੜੇ ਸੋਹਣੇ-ਸੋਹਣੇ ਕਰਕੇ ਲਿਖ ਲਏ। ਫਿਰ ਉਹਨੇ ਪੰਜਾਬੀ ਦੀ ਕਿਤਾਬ ਵਿੱਚੋਂ ਦੇਖ ਕੇ ਸੁਲੇਖ ਲਿਖ ਲਿਆ। ਗਿਣਤੀ ਅਤੇ ਪਹਾੜੇ ਉਹਨੇ ਸਲੇਟ ਉੱਤੇ ਵੀ ਲਿਖ ਲਏ। ਲਿਖਣ ਦਾ ਕੰਮ ਕਰਕੇ ਉਹ ਕਿਤਾਬ ਪੜ੍ਹਨ ਲੱਗ ਪਿਆ। ਸ਼ਾਇਦ ਉਹਦਾ ਖਿਆਲ ਸੀ ਜਦੋਂ ਉਹਨੂੰ ਬਾਹਰ ਕੱਢਣ ਲਈ ਮਾਸਟਰ ਬੂਹਾ ਖੋਲ੍ਹੇਗਾ ਤਾਂ ਉਹਨੂੰ ਪੜ੍ਹਦਿਆਂ ਦੇਖ ਕੇ ਬਹੁਤ ਖੁਸ਼ ਹੋਵੇਗਾ। ਪਰ ਉਹਦੀ ਇਕਾਗਰਤਾ ਵਾਰ-ਵਾਰ ਭੰਗ ਹੋ ਰਹੀ ਸੀ। ਸਕੂਲ ਦੀਆਂ ਸਰਗਰਮੀਆਂ ਕੰਨਾਂ ਰਾਹੀਂ ਉਹਨੂੰ ਬੰਦ ਦਰਵਾਜ਼ੇ ਵਿੱਚੋਂ ਦੀ ਵੀ ਦਿਖਾਈ ਦੇ ਰਹੀਆਂ ਸਨ। ਮਾਸਟਰ ਰੁਚੀ ਦਿਨੇ ਕਦੇ ਕਿਸੇ ਨੂੰ ਝਿੜਕਦਾ ਸੀ, ਕਦੇ ਆਵਾਜ਼ ਮਾਰਦਾ ਸੀ, ਕਦੇ ਕੋਈ ਬੱਚਾ ਉੱਚੀ ਆਵਾਜ਼ ਵਿੱਚ ਸ਼ਿਕਾਇਤ ਕਰਦਾ ਸੀ, ਆਹ ਦੇਖੋ ਜੀ, ਹਟਦਾ ਨਹੀਂ। ਬਸੰਤ ਨੇ ਸੁਣਿਆ ਮਾਸਟਰ ਕਿਸੇ ਜਮਾਤ ਨੂੰ ਕਹਿ ਰਿਹਾ ਸੀ, ਛੁੱਟੀਆਂ ਵਿੱਚ ਲਿਖ ਕੇ ਲਿਆਇਓ, ਸਵਾਲ ਕੱਢ ਕੇ ਲਿਆਇਓ। ਛੁੱਟੀਆਂ ਦੀ ਗੱਲ ਸੁਣ ਕੇ ਬਸੰਤ ਦੇ ਚਿਹਰੇ ਤੇ ਰੌਣਕ ਆ ਗਈ। ਪਰਸੋਂ ਉਹਦੀ ਬੇਬੇ ਆਖ ਰਹੀ ਸੀ, ਛੁੱਟੀਆਂ ਵਿੱਚ ਆਪਾਂ ਨਾਨੀ ਕੋਲ ਚੱਲਾਂਗੇ। ਨਾਨਕੇ ਜਾਣ ਦਾ ਸਾਰਾ ਪ੍ਰੋਗਰਾਮ ਉਹਦੀਆਂ ਅੱਖਾਂ ਅੱਗੋਂ ਦੀ ਘੁੰਮ ਗਿਆ। ਪਿੰਡ ਉਹ ਬੱਸ ਤੇ ਜਾਣਗੇ, ਫਿਰ ਸਟੇਸ਼ਨ ਤੋਂ ਰੇਲ ਗੱਡੀ ਵਿੱਚ ਬੈਠਣਗੇ। ਰੇਲ ਗੱਡੀ ਛੁਕ-ਛੁਕ ਕਰਦੀ ਜਾਏਗੀ। ਖੇਤਾਂ ਵਿੱਚ ਕੰਮ ਕਰਦੇ ਲੋਕ, ਪਸ਼ੂ ਪੰਛੀ ਸਭ ਪਿੱਛੇ ਰਹਿੰਦੇ ਜਾਣਗੇ। ਤਾਰਾਂ ਵਾਲੇ ਖੰਭੇ ਤੇ ਦਰਖਤ ਤੇਜ਼-ਤੇਜ਼ ਪਿੱਛੇ ਨੂੰ ਭੱਜਣਗੇ। ਕਿੰਨਾ ਸਵਾਦ ਆਏਗਾ। ਮਾਮਾ ਸਾਨੂੰ ਲੈਣ ਆਏਗਾ। ਮਾਮਾ ਮੈਨੂੰ ਘੋੜੀ ਤੇ ਬਿਠਾ ਕੇ ਖੇਤਾਂ 'ਚ ਲਿਜਾਇਆ ਕਰੇਗਾ। ਸਾਡੇ ਤਾਂ ਇੱਥੇ ਘੋੜੀ ਵੀ ਹੈ ਨਹੀਂ। ਮੈਂ ਬਾਪੂ ਨੂੰ ਆਖੂੰਗਾ, ਬਾਪੂ ਆਪਾਂ ਵੀ ਘੋੜੀ ਲਿਆਈਏ। ਮਾਸਟਰ ਜੀ, ਆ ਮੰਗਾ ਬਿਨਾਂ ਪੁੱਛੇ ਪਾਣੀ ਪੀਣ ਚਲਿਆ ਗਿਆ ਸੀ। ਹਰਦਿਆਲ ਨੇ ਉੱਚੀ ਆਵਾਜ਼ ਵਿੱਚ ਮੰਗੇ ਦੀ ਸ਼ਿਕਾਇਤ ਕੀਤੀ। ਬਸੰਤ ਦਾ ਧਿਆਨ ਨਾਨਕਿਆਂ ਵੱਲੋਂ ਮੋੜ ਆਇਆ। ਉਹਨੇ ਸੋਚਿਆ, ਹੁਣ ਮੰਗੇ ਨੂੰ ਕੁੱਟ ਪਏਗੀ। ਮੈਂ ਬੇਬੇ ਨੂੰ ਆਖ ਕੇ ਹਰਦਿਆਲ ਨੂੰ ਕੁੱਟ ਪਵਾਉਂਗਾ। ਇਹ ਸਾਰਿਆਂ ਦੀਆਂ ਸ਼ਿਕਾਇਤਾਂ ਲਾਉਂਦਾ ਰਹਿੰਦਾ, ਸ਼ਿਕਾਇਤੀ ਟੱਟੂ। ਮਾਸਟਰ ਜੀ, ਪਾਣੀ ਪੀਆਵਾਂ ਜੀ? ਤੀਜੀ ਚੌਥੀ ਦਾ ਕੋਈ ਮੁੰਡਾ ਛੁੱਟੀ ਮੰਗ ਰਿਹਾ ਸੀ। ਬਸੰਤ ਨੂੰ ਵੀ ਤੇਹ ਲੱਗ ਆਈ। ਉਹ ਮਾਸਟਰ ਤੋਂ ਛੁੱਟੀ ਮੰਗਣ ਵਾਸਤੇ ਦਰਵਾਜ਼ੇ ਤੱਕ ਆਇਆ, ਪਰ ਦਰਵਾਜ਼ਾ ਖੜਕਾਇਆ ਨਹੀਂ। ਕੀ ਪਤਾ ਮਾਸਟਰ ਗੁੱਸੇ ਹੋ ਜਾਵੇ ਤੇ ਉਹਨੂੰ ਹੋਰ ਬਹੁਤ ਚਿਰ ਅੰਦਰ ਡੱਕੀ ਰੱਖੇ। ਉਹ ਪਰਤ ਕੇ ਫੇਰ ਆਪਣੇ ਖਿਲਰੇ ਪਏ ਬਸਤੇ ਕੋਲ ਬੈਠ ਗਿਆ। ਉਹ ਕੋਸ਼ਿਸ਼ ਕਰਨ ਲੱਗਾ ਕਿ ਚੰਗਾ ਬਣ ਕੇ ਦਿਖਾਵੇ ਤਾਂ ਜੋ ਮਾਸਟਰ ਜਦੋਂ ਬੂਹਾ ਖੋਲੇ ਤਾਂ ਖੁਸ਼ ਹੋ ਕੇ ਉਹਦੀ ਸਜ਼ਾ ਖਤਮ ਕਰ ਦੇਵੇ। ਉਹ ਚੁੱਪ ਕਰਕੇ ਸਾਊ ਬਣ ਕੇ ਕੁਝ ਨਾ ਕੁਝ ਅਜਿਹਾ ਕਰਨ ਲੱਗ ਪਿਆ ਜਿਸ ਨੂੰ ਪੜ੍ਹਾਈ ਕਹਿੰਦੇ ਹਨ। ਪਰ ਉਹਦਾ ਧਿਆਨ ਵਾਰ-ਵਾਰ ਬਾਹਰ ਵੱਲ ਖਿੱਚਿਆ ਜਾ ਰਿਹਾ ਸੀ। ਉਹਨੂੰ ਤੇਹ ਲੱਗੀ ਹੋਈ ਸੀ। ਕਮਰੇ ਵਿੱਚ ਗਰਮੀ ਵੀ ਬਹੁਤ ਸੀ। ਬਾਹਰ ਬੱਚਿਆਂ ਦਾ ਰੌਲਾ ਸੁਣਾਈ ਦੇ ਰਿਹਾ ਸੀ। ਬਸੰਤ ਕਮਰੇ ਵਿੱਚੋਂ ਨਿਕਲ ਕੇ ਉਸ ਰੌਲੇ ਵਿੱਚ ਰਲ ਜਾਣਾ ਚਾਹੁੰਦਾ ਸੀ, ਪਰ ਬੂਹਾ ਬਾਹਰੋਂ ਬੰਦ ਸੀ। ਉਸ ਨੂੰ ਮਾਸਟਰ ਹੀ ਖੋਲ ਸਕਦਾ ਸੀ। ਬੱਚਿਆਂ ਦਾ ਰੌਲਾ ਇੱਕਦਮ ਕਾਵਾਂ ਰੌਲੀ ਵਿੱਚ ਬਦਲ ਗਿਆ। ਛੁੱਟੀ ਦੀ ਘੰਟੀ ਵੱਜ ਗਈ ਸੀ। ਬੱਚਿਆਂ ਨੇ ਸਾਰਾ ਸਕੂਲ ਸਿਰ ਤੇ ਚੁੱਕ ਲਿਆ। ਸਕੂਲ ਤਾਂ ਉਹ ਹਰੇਕ ਸ਼ਨੀਚਰਵਾਰ ਵੀ ਸਿਰ ਤੇ ਚੁੱਕ ਲੈਂਦੇ ਸਨ, ਜਦੋਂ ਅਗਲੇ ਦਿਨ ਐਤਵਾਰ ਦੀ ਛੁੱਟੀ ਹੋਣੀ ਹੁੰਦੀ ਸੀ। ਅੱਜ ਤਾਂ ਮਹੀਨਿਆਂ ਦੀਆਂ ਛੁੱਟੀਆਂ ਹੋ ਰਹੀਆਂ ਸਨ। ਦੁਪਹਿਰ ਬਾਅਦ ਬੱਚੇ ਆਪੋ ਆਪਣੀ ਘਰੇ ਪੁੱਜ ਗਏ। ਘਰ ਦੇ ਕੰਮਾਂ ਧੰਦਿਆਂ ਵਿੱਚ ਰੁੱਝੀ ਬਸੰਤ ਦੀ ਬੇਬੇ ਨੂੰ ਕਾਫੀ ਦੇਰ ਬਾਅਦ ਖਿਆਲ ਆਇਆ ਕਿ ਬਸੰਤ ਅਜੇ ਘਰ ਨਹੀਂ ਸੀ ਆਇਆ। ਉਹਨੇ ਆਂਢ ਗੁਆਂਢੋਂ ਪਤਾ ਕੀਤਾ। ਰੁਲੀਆ ਰਾਮ ਦੀ ਛਿੰਦੇ ਆ ਗਈ ਸੀ। ਨਛੱਤਰ ਤੇ ਗੋਲੂ ਨੂੰ ਪੁੱਛਿਆ, ਸਾਡਾ ਬਸੰਤ ਕਿੱਥੇ ਰਹਿ ਗਿਆ? ਅੱਗੇ ਤਾਂ ਤੁਹਾਡੇ ਨਾਲ ਆ ਜਾਂਦਾ ਹੁੰਦਾ ਸੀ। ਛਿੰਦੋ ਤੇ ਗੋਲੂ ਨੂੰ ਬਸੰਤ ਬਾਰੇ ਕੁਝ ਵੀ ਪਤਾ ਨਹੀਂ ਸੀ। ਉਥੋਂ ਬਸੰਤ ਨਾਲ ਪੜ੍ਹਦੇ ਨਰੈਣ ਤੇ ਬਿੱਕਰ ਨੂੰ ਪੁੱਛਣ ਗਈ। ਬਿੱਕਰ ਨੇ ਦੱਸਿਆ, ਬਸੰਤ ਚੌੜ ਕਰਦਾ ਸੀ। ਮਾਸਟਰ ਨੇ ਤੀਜੀ ਵਿੱਚ ਆਪਣੇ ਕੋਲ ਬਿਠਾ ਲਿਆ ਸੀ। ਤੀਜੀ ਵਾਲਿਆਂ ਨਾਲ ਹੀ ਆ ਗਿਆ ਹੋਊ, ਜਾਂ ਫਿਰ ਮਾਸਟਰ ਜੀ ਕੋਲ ਬੈਠਾ ਹੋਊ। ਮਾਸਟਰ ਜੀ ਅਜੇ ਸਕੂਲ 'ਚ ਹੀ ਸੀਗੇ। ਆਪ ਜਾ ਕੇ ਦੇਖਦੇ ਹਾਂ, ਬਸੰਤ ਦੀ ਬੇਬੇ ਨੇ ਸੋਚਿਆ, ਤੇ ਫਿਰ ਉਹ ਘਰ ਨੂੰ, ਰਸੋਈ ਨੂੰ ਤੇ ਛੋਟੀ ਗੁੱਡੀ ਨੂੰ ਸੱਸ ਦੇ ਸੁਪੁਰਦ ਕਰਕੇ ਸਕੂਲ ਵੱਲ ਤੁਰ ਪਈ। ਜਾ ਕੇ ਦੇਖਿਆ ਸਕੂਲ ਬੰਦ ਸੀ। ਮੋਹਰਲੇ ਗੇਟ ਨੂੰ ਜਿੰਦਾ ਲੱਗਿਆ ਹੋਇਆ ਸੀ। ਸਕੂਲ ਨੇੜੇ ਤਾਂ ਬੰਦਾ ਨਾ ਬੰਦੇ ਦੀ ਜ਼ਾਤ। ਤਾਂ ਫਿਰ ਮੇਰਾ ਪੁੱਤ ਗਿਆ ਕਿੱਧਰ? ਬਸੰਤ ਦੀ ਬੇਬੇ ਸੋਚਣ ਲੱਗੀ, ਕੀ ਪਤਾ ਕਿਸੇ ਦੇ ਆਖੇ ਗੁਰਦੁਆਰੇ ਵੱਲ ਚਲਿਆ ਗਿਆ ਹੋਵੇ।
ਤੇ ਉਹ ਛੱਪੜ ਦੇ ਪਰਲੇ ਪਾਸੇ ਗੁਰਦੁਆਰੇ ਵੱਲ ਤੁਰ ਪਈ। ਗੁਰਦੁਆਰੇ ਦਾ ਭਾਈ ਜੀ ਨਲਕੇ ਕੋਲ ਪਿੱਪਲ ਹੇਠ ਮੰਜਾ ਢਾ ਕੇ ਸੁੱਤਾ ਪਿਆ ਸੀ। ਉਹਨੂੰ ਜਗਾ ਕੇ ਬਸੰਤ ਦੀ ਬੇਬੇ ਨੇ ਪੁੱਛਿਆ, ਭਾਈ ਜੀ ਇੱਧਰ ਖੇਡਦੇ ਖੇਡਦੇ ਕੋਈ ਨਿੱਕੇ ਨਿਆਣੇ ਤਾਂ ਨਹੀਂ ਆਏ? ਅੱਖਾਂ ਮਲਦੇ ਭਾਈ ਜੀ ਨੇ ਨਾਂ ਵਿੱਚ ਸਿਰ ਹਿਲਾਇਆ। ਬੇਬੇ ਨੇ ਸੋਚਿਆ ਕਿਤੇ ਛੱਪੜ ਕੰਢੇ ਪਰਲੇ ਬੋੜ ਹੇਠ ਖੇਡਣ ਨਾ ਤੁਰ ਗਿਆ ਹੋਵੇ, ਤੇ ਉਹ ਇੱਕ ਤਰ੍ਹਾਂ ਨਾਲ ਭੱਜਦੀ ਹੋਈ ਬੋੜ ਤੱਕ ਗਈ। ਬੋੜ ਹੇਠ ਸੁੱਤੇ ਪਏ ਦੋ ਮੰਗਤੇ ਵੱਗ ਚਾਰਨ ਵਾਲੇ ਦੋ ਤਿੰਨ ਮੁੰਡੇ ਹੀ ਦਿਸੇ। ਉਹਨਾਂ ਵਿੱਚ ਉਹਦਾ ਬਸੰਤ ਜਾਂ ਸਕੂਲ ਪੜ੍ਹਨ ਵਾਲਾ ਕੋਈ ਬੱਚਾ ਕਿਧਰੇ ਨਜ਼ਰ ਨਹੀਂ ਸੀ ਆ ਰਿਹਾ। ਸ਼ਾਇਦ ਘਰੇ ਪਹੁੰਚ ਗਿਆ ਹੋਵੇ, ਇਹ ਸੋਚ ਕੇ ਉਹ ਘਰ ਵੱਲ ਭੱਜ ਪਈ। ਘਰ ਜਾ ਕੇ ਦੇਖਿਆ ਬਸੰਤ ਅਜੇ ਨਹੀਂ ਸੀ ਆਇਆ। ਉਹਨੂੰ ਫਿਕਰ ਲੱਗ ਗਿਆ, ਛੁੱਟੀ ਹੋਈ ਨੂੰ ਤਾਂ 2 ਘੰਟੇ ਹੋ ਗਏ, ਬਸੰਤ ਕਿੱਧਰ ਚਲਿਆ ਗਿਆ? ਉਹ ਰੋਣ ਹੱਕੀ ਹੋ ਗਈ, ਕੀ ਨਾ ਕਰੇ ਤੇ ਕੀ ਕਰੇ। ਇਹ ਸੋਚ ਕੇ ਕਿ ਖਬਰੇ ਨਿਆਣਾ ਆਪਦੇ ਬਾਪੂ ਵੱਲ ਹੀ ਤੁਰ ਗਿਆ ਹੋਵੇ, ਉਹਨੇ ਆਪਣੇ ਜੇਠ ਦੇ ਮੁੰਡੇ ਪੀਤੂ ਨੂੰ ਖੇਤਾਂ ਵੱਲ ਭਜਾਇਆ। ਭਾਈ ਬਹੂ, ਖੇਤਾਂ ਤਾਂ ਜਦੋਂ ਪਤਾ ਲੱਗੂ ਉਦੋਂ ਲੱਗੂ, ਆਪਾਂ ਤਾਂ ਭੱਜ ਨੱਠ ਕਰੀਏ, ਤੀਜਾ ਪੈਰ ਢਲਣ ਵਾਲਾ। ਭੁੱਖਣ ਭਾਣਾ ਨਿਆਣਾ ਵਿਚਾਰਾ ਪਤਾ ਨਹੀਂ ਕਿੰਨਾ ਹਾਲਾਂ 'ਚ ਹੈ। ਤੂੰ ਲਾਗੇ ਜਾ ਕੇ ਪਤਾ ਕਰ ਤੇ ਨੰਬਰਦਾਰਾਂ ਦੀ ਪੱਤੀ ਜਾ, ਮੈਂ ਰਣੀ ਕੇ ਅੱਗੜ ਵੜ ਜਾਨੀ ਆ। ਤੇ ਬਸੰਤ ਦੀ ਦਾਦੀ ਖੁੰਡੀ ਟੇਕਦੀ ਰਣੀਏ ਦੇ ਅੱਗੜਵਾਲ ਵੱਲ ਚੱਲ ਪਈ। ਛੋਟੀ ਗੁੱਡੀ ਨੂੰ ਕੁੱਛੜ ਚੁੱਕ ਕੇ ਬਸੰਤ ਦੀ ਬੇਬੇ ਘਰ ਘਰ ਪੁੱਛਣ ਤੁਰ ਪਈ। ਉਹਨੇ ਸਕੂਲ ਪੜ੍ਹਦੇ ਇੱਕ ਬੱਚੇ ਨੂੰ ਪੁੱਛਿਆ, ਪਰ ਕੋਈ ਕੁਝ ਨਾ ਦੱਸ ਸਕਿਆ। ਕੁਝ ਕੁ ਬੱਚਿਆਂ ਨੂੰ ਬਸੰਤ ਦੇ ਮਾਸਟਰ ਦੀ ਕੁਰਸੀ ਕੋਲ ਬੈਠੇ ਹੋਣ ਦਾ ਪਤਾ ਸੀ। 1-2 ਜਾਣਿਆਂ ਨੇ ਉਹਨੂੰ ਬਰਾਂਡੇ ਵਿੱਚ ਬੈਠੇ ਨੂੰ ਵੀ ਦੇਖਿਆ ਸੀ। ਇਹਨਾਂ ਦੇਖਣ ਵਾਲਿਆਂ ਵਿੱਚ ਪਹਿਲੀ ਤੇ ਦੂਜੀ ਜਮਾਤ ਨੂੰ ਸੰਭਾਲਣ ਵਾਲਾ ਹਰਦਿਆਲ ਵੀ ਸ਼ਾਮਲ ਸੀ। ਬਸੰਤ ਦੀ ਬੇਬੇ ਹਰਦਿਆਲ ਨੂੰ ਤੇ 5 ਹੋਰ ਵੱਡੇ ਮੁੰਡਿਆਂ ਨੂੰ ਨਾਲ ਲੈ ਕੇ ਫੇਰ ਸਕੂਲ ਵੱਲ ਗਈ। ਮੁੰਡੇ ਸਕੂਲ ਦਾ ਗੇਟ ਟੱਪ ਕੇ ਅੰਦਰ ਵੜੇ। ਉਹਨੇ ਬਸੰਤ ਨੂੰ ਆਵਾਜ਼ਾਂ ਮਾਰੀਆਂ, ਬਸੰਤੇ, ਬਸੰਤੇ ਓਏ। ਉਹਨਾਂ ਨੇ ਬਰਾਂਡੇ ਦਾ ਗੇੜਾ ਦਿੱਤਾ, ਝਾੜੀਆਂ ਉਹਲੇ ਦੇਖਿਆ, ਕਮਰਿਆਂ ਦੇ ਪਿਛਲੇ ਪਾਸੇ ਵੱਲ ਗਏ। ਹਰਦਿਆਲ ਨੇ ਤੇ 1-2 ਹੋਰ ਮੁੰਡਿਆਂ ਨੇ ਖਿੜਕੀਆਂ ਦੇ ਉਤਲੇ ਸ਼ੀਸ਼ਿਆਂ ਵਿੱਚੋਂ ਦੀ ਤੇ ਝੀਥਾਂ ਵਿੱਚੋਂ ਦੇ ਅੰਦਰ ਦੇਖਿਆ। ਉਹਨਾਂ ਦੀਆਂ ਨਜ਼ਰਾਂ ਸਾਹਮਣੇ ਦਰਵਾਜ਼ੇ ਅਤੇ ਕੰਧਾਂ ਨਾਲ ਟਕਰਾ ਕੇ ਮੁੜ ਆਈਆਂ। ਹਰਦਿਆਲ ਨੇ ਕਿਹਾ, ਇੱਥੇ ਤਾਂ ਕਿਤੇ ਦਿਸਦਾ ਨਹੀਂ। ਦੂਜਾ ਮੁੰਡਾ ਬੋਲਿਆ, ਨਾ ਹੈ ਨਹੀਂ ਕਿਤੇ। ਲੱਭ ਲੱਭ ਕੇ ਥੱਕ ਕੇ ਰੋਂਦੀ ਕਰਲਾਉਂਦੀ ਬਸੰਤ ਦੀ ਬੇਬੇ ਘਰ ਮੁੜ ਆਈ। ਬਸੰਤ ਦਾ ਬਾਪੂ ਵੀ ਖੇਤੋਂ ਆ ਗਿਆ। ਰਣੀਏ ਕੇ ਅਗੜਵੜ ਗਈ ਦਾਦੀ ਦੇ ਹੱਥ ਪੱਲੇ ਵੀ ਕੁਝ ਨਹੀਂ ਸੀ ਪਿਆ। ਬੇਬੇ ਤੇ ਬਾਪੂ ਨੇ ਘਰ ਸਾਹ ਵੀ ਨਾ ਲਿਆ। ਛੋਟੀ ਗੁੱਡੀ ਨੂੰ ਦਾਦੀ ਦੀ ਬੁੱਕਲ ਵਿੱਚ ਬਿਠਾ ਕੇ ਦੋਵੇਂ ਜੀ ਫੇਰ ਬਾਹਰ ਨੂੰ ਤੁਰ ਪਏ। ਪਿੰਡ ਦੇ ਬਹੁਤ ਸਾਰੇ ਲੋਕ ਤੇ ਸ਼ਰੀਕੇ ਕਬੀਲੇ ਵਾਲੇ ਵੀ ਉਹਨਾਂ ਦੇ ਨਾਲ ਹੋ ਤੁਰੇ। ਦੇਖੀਆਂ ਹੋਈਆਂ ਥਾਵਾਂ ਦੁਬਾਰਾ ਦੇਖੀਆਂ ਗਈਆਂ। ਪਿੰਡ ਦੇ ਗੱਭਰੂ ਦੂਰ ਦੂਰ ਤੱਕ ਖੇਤਾਂ ਦਾ ਗੇੜਾ ਮਾਰਨ ਨਿਕਲ ਪਏ। ਦੂਰ ਦੂਰ ਤੱਕ ਵਣਾਂ, ਕਰੀਰਾਂ ਤੇ ਝਿੜੀਆਂ ਦੀ ਛਾਣਬੀਣ ਕੀਤੀ ਗਈ। ਸੱਥ ਵਿੱਚ ਇੱਕ ਤਰ੍ਹਾਂ ਨਾਲ ਸਾਰਾ ਪਿੰਡ ਇਕੱਠਾ ਹੋ ਗਿਆ। ਸਿਆਣਿਆਂ ਨੇ ਸਲਾਹ ਕੀਤੀ ਕਿ ਮਾਸਟਰ ਵੱਲ ਕਿਸੇ ਨੂੰ ਭੇਜਿਆ ਜਾਏ, ਖਬਰੇ ਉਸੇ ਤੋਂ ਮੁੰਡੇ ਦਾ ਕੋਈ ਥਹੁ ਪਤਾ ਮਿਲ ਜਾਏ। ਬੇਬੇ ਧਨਕੁਰ ਕੰਬਦੀ ਤੇ ਰੋਂਦੀ ਹੋਈ ਆਵਾਜ਼ ਵਿੱਚ ਬੋਲੀ, ਬੇ ਵਿਚਾਰੇ ਮਾਸਟਰ ਨੂੰ ਕੀ ਪਤਾ ਹੋ ਭਾਈ, ਉਹ ਤਾਂ ਛੁੱਟੀਆਂ ਕਰਕੇ ਆਪਦੇ ਘਰ ਨੂੰ ਚਲਿਆ ਗਿਆ। ਜੇ ਤੁਰੇ ਆਉਂਦੇ ਨਿਆਣੇ ਨੂੰ ਕੋਈ ਕੁਛ ਸੰਘਾ ਕੇ ਚੁੱਕ ਲਿਜਾਵੇ ਤਾਂ ਮਾਸਟਰ ਵਿਚਾਰਾ ਕੀ ਕਰੂ, ਦੱਸੋ ਮੈਨੂੰ। ਬੇਬੇ ਧਨਕੁਰ ਦੀ ਗੱਲ ਮੁੱਕੀ ਹੀ ਸੀ ਕਿ ਲੰਬੜਦਾਰਾਂ ਦਾ ਸ਼ਹਿਰ ਪੜਦਾ ਮੁੰਡਾ ਬਲਵਿੰਦਰ ਬੋਲਿਆ, ਪੰਚਾਇਤ ਸੱਦ ਕੇ ਇੱਕ ਫੈਸਲਾ ਤਾਂ ਇਹ ਕਰੋ ਬਈ, ਪਿੰਡ 'ਚ ਮੰਗਤੇ ਜਾਂ ਸਾਧ ਨਹੀਂ ਵੜਨ ਦੇਣਾ। ਝੋਟਿਆਂ ਵਰਗੇ ਮੰਗਤੇ ਸਾਧ ਸਾਰਾ ਦਿਨ ਪਿੰਡ 'ਚ ਹਰਲ ਹਰਲ ਕਰਦੇ ਫਿਰਦੇ ਆ। ਤੁਸੀਂ ਭਾਈ ਝਾਬੇਆਲ ਦੇ ਸਾਧੂ ਰਾਮ ਪਾਂਦੇ ਤੋਂ ਟੇਵਾ ਲਵਾਓ। ਪਾਲਾ ਸਿੰਘ ਦੀ ਮਾਂ ਬੋਲੀ, ਪਾਂਦਾ ਤੁਹਾਨੂੰ ਸਾਰਾ ਹਿਸਾਬ ਲਾ ਕੇ ਦੱਸ ਦੂ ਵੀ ਨਿਆਣਾ ਕਿੱਧਰ ਨੂੰ ਗਿਆ ਤੇ ਕਦੋਂ ਮੁੜੂ। ਗੱਲਾਂ ਪਿੱਛੋਂ ਕਰਿਓ, ਪਹਿਲਾਂ ਮਾਸਟਰ ਵੱਲ ਕਿਸੇ ਨੂੰ ਭੇਜਣ ਦੀ ਗੱਲ ਕਰੋ। ਸਰਪੰਚ ਬਚਿੱਤਰ ਸਿੰਘ ਨੇ ਇੱਕ ਤਰ੍ਹਾਂ ਨਾਲ ਫੈਸਲਾ ਸੁਣਾਇਆ। ਮਾਸਟਰ ਨਾਲ ਬਹੁਤਾ ਉੱਠਣ ਬਹਿਣ ਵਾਲੇ ਸੰਧੂਆਂ ਦੇ ਜਗੀਰੇ ਨੂੰ ਤੇ ਪੰਡਤਾਂ ਦੇ ਕਿੱਛੀ ਨੂੰ ਮੋਟਰਸਾਈਕਲ ਉੱਤੇ ਮਾਸਟਰ ਦੇ ਸ਼ਹਿਰ ਵੱਲ ਤੋਰ ਦਿੱਤਾ ਗਿਆ। ਉਹਨਾਂ ਨੂੰ ਤੋਰ ਕੇ ਸਰਪੰਚ ਨੇ ਕਿਹਾ, ਮਾਸਟਰ ਦਾ ਸ਼ਹਿਰ ਆ ਕਿੱਥੋਂ 90 ਮੀਲ। ਇਸ ਹਿਸਾਬ ਜੇ ਮੁੰਡੇ ਤੇਜ਼ ਵੀ ਮੋਟਰਸਾਈਕਲ ਚਲਾਉਣ ਤਾਂ ਵੀ ਉਹਨਾਂ ਨੂੰ ਮੁੜਦਿਆਂ ਰਾਤ ਦੇ 1-2 ਵੱਜ ਹੀ ਜਾਣਗੇ। ਹੁਣ ਆਪਾਂ ਇੱਕ ਤਾਂ ਸਦਰ ਥਾਣੇ ਰਪਟ ਲਿਖਾਈਏ, ਨਾਲੇ ਭਾਲ ਜਾਰੀ ਰੱਖੀਏ। ਸਰਪੰਚ ਸਮੇਤ ਪਿੰਡ ਦੇ ਮੋਹਤਬਾਰ ਬੰਦੇ ਬਸੰਤ ਦੇ ਬਾਪੂ ਨਾਲ ਸ਼ਹਿਰ ਸਦਰ ਥਾਣੇ ਵੱਲ ਚੱਲ ਪਏ।
ਗੁਰਦੁਆਰੇ ਦੇ ਭਾਈ ਜੀ ਨੂੰ ਲਾਊਡ ਸਪੀਕਰ ਰਾਹੀਂ ਸੂਚਨਾ ਦੇਣ ਲਈ ਕਹਿ ਦਿੱਤਾ ਗਿਆ। ਦਿਨ ਢਲ ਰਿਹਾ ਸੀ। ਪਹਿਲਾਂ ਤੋਂ ਲੱਭਣ ਨਿਕਲੇ ਕਈ ਗੱਭਰੂ ਮੁੜ ਆਏ ਸਨ। ਉਹ ਤੇ ਹੋਰ ਮੁੰਡੇ ਬੈਟਰੀਆਂ ਤੇ ਲਾਲਟੈਨਾਂ ਦਾ ਪ੍ਰਬੰਧ ਕਰਕੇ ਦੁਬਾਰਾ ਖੇਤਾਂ, ਚਿੜੀਆਂ ਵੱਲ, ਖੂਹ ਟੋਬਿਆਂ ਵੱਲ ਤੇ ਨੇੜੇ ਤੇੜੇ ਦੇ ਪਿੰਡਾਂ ਵੱਲ ਨਿਕਲ ਤੁਰੇ। ਪਿੰਡ ਦੇ ਬਹੁਤੇ ਘਰਾਂ ਵਿੱਚ ਚੁੱਲ੍ਹੇ ਨਹੀਂ ਬਲੇ, ਜੇ ਬਲੇ ਤਾਂ ਸਿਰਫ ਬੱਚਿਆਂ ਦੀ ਖਾਤਰ। ਛੁੱਟੀ ਹੋਈ ਤਾਂ ਰੌਲਾ ਪਿਆ ਤਾਂ ਬਸੰਤ ਨੇ ਬਾਹਰਲੀ ਸਰਗਰਮੀ ਤੋਂ ਅੰਦਾਜ਼ਾ ਲਗਾਇਆ ਕਿ ਬੱਚੇ ਘਰਾਂ ਨੂੰ ਜਾ ਰਹੇ ਸਨ। ਕੁਝ ਬੱਚੇ ਤੱਪੜ ਤੇ ਕਾਲੇ ਫੱਟੇ ਸਟੋਰ ਵਿੱਚ ਰੱਖ ਰਹੇ ਸਨ। ਮਾਸਟਰ ਜੀ ਦਾ ਮੇਜ਼ ਤੇ ਕੁਰਸੀਆਂ ਦਫ਼ਤਰ ਵਿੱਚ ਟਿਕਾਈਆਂ ਜਾ ਰਹੀਆਂ ਸਨ। ਜਦੋਂ ਟਿਕਟਿਕਾ ਹੋ ਗਿਆ ਤਾਂ ਬਸੰਤ ਨੇ ਸੁਣਿਆ ਮਾਸਟਰ ਕਹਿ ਰਿਹਾ ਸੀ, ਇਉਂ ਕਰ ਓਏ ਮਿੰਦਰਾ, ਸਟੋਰ ਨੂੰ ਤੇ ਦੋਵਾਂ ਕਮਰਿਆਂ ਨੂੰ ਜਿੰਦਰਾ ਲਾ ਦੇ। ਬਸੰਤ ਨੇ ਬਰਾਂਡੇ ਵਿੱਚ ਹੁੰਦੀ ਹਿਲਜੁਲ ਤੋਂ ਮਹਿਸੂਸ ਕੀਤਾ ਕਿ ਮਹਿੰਦਰ ਨੇ ਸਟੋਰ ਨੂੰ ਜਿੰਦਰਾ ਲਾਇਆ ਸੀ। ਫਿਰ ਉਹਨੇ ਉਸ ਕਮਰੇ ਨੂੰ ਵੀ ਲਾ ਦਿੱਤਾ ਜਿਸ ਵਿੱਚ ਬਸੰਤ ਬੰਦ ਸੀ। ਬਸੰਤ ਨੇ ਸੋਚਿਆ ਹੁਣੇ ਮਾਸਟਰ ਜਿੰਦਰਾ ਖੁਲਵਾਏਗਾ ਤੇ ਉਹਨੂੰ ਬਾਹਰ ਕੱਢੇਗਾ, ਪਰ ਕੁਝ ਦੇਰ ਬਾਅਦ ਉਸਨੇ ਮਹਿਸੂਸ ਕੀਤਾ ਕਿ ਉਹਦੀ ਬੰਦ ਖਲਾਸੀ ਤਾਂ ਕਿਸੇ ਨੇ ਵੀ ਨਹੀਂ ਕੀਤੀ। ਬੱਚੇ ਤੇ ਮਾਸਟਰ ਸਾਰੇ ਸਕੂਲ ਨੂੰ ਜਿੰਦਰੇ ਮਾਰ ਕੇ ਚਲੇ ਗਏ ਸਨ। ਹੁਣ ਤੱਕ ਬਸੰਤ ਇਹੀ ਸੋਚ ਰਿਹਾ ਸੀ ਕਿ ਮਾਸਟਰ ਜ਼ਰੂਰ ਬੂਹਾ ਖੋਲੇਗਾ ਤੇ ਉਹਦੇ ਲਿਖੇ ਦਸਤਕ ਦੇ ਪਹਾੜੇ ਤੇ ਸੁਲੇਖ ਦੇਖ ਕੇ ਖੁਸ਼ ਹੋ ਕੇ ਉਹਦੀ ਸਜ਼ਾ ਖਤਮ ਕਰ ਦੇਵੇਗਾ। ਇਸੇ ਉਡੀਕ ਵਿੱਚ ਉਹਨੂੰ ਸੁਝਿਆ ਹੀ ਨਹੀਂ ਕਿ ਜਦੋਂ ਜਿੰਦਰੇ ਲਾਏ ਜਾ ਰਹੇ ਸਨ ਤਾਂ ਆਵਾਜ਼ ਮਾਰ ਕੇ ਆਖਦਾ, ਮੈਨੂੰ ਬਾਹਰ ਕੱਢੋ। ਤੇ ਜਦੋਂ ਉਹਨੇ ਆਵਾਜ਼ ਮਾਰੀ ਤੇ ਨਿੱਕੇ ਨਿੱਕੇ ਹੱਥਾਂ ਦੇ ਨਾਲ ਬੂਹਾ ਖੜਕਾਇਆ ਤਾਂ ਨੇੜੇ ਤੇੜੇ ਸੁਣਨ ਵਾਲਾ ਕੋਈ ਨਹੀਂ ਸੀ। ਸਾਰੀ ਹਿਲਜੁਲ ਖਤਮ ਹੋ ਗਈ ਸੀ ਤੇ ਸਕੂਲ ਵਿੱਚ ਚਾਰੇ ਪਾਸੇ ਚੁੱਪ ਵਰਤ ਗਈ ਸੀ। ਬਸੰਤ ਨੇ ਬਹੁਤ ਆਵਾਜ਼ਾਂ ਮਾਰੀਆਂ, ਬਹੁਤ ਬੂਹਾ ਖੜਕਾਇਆ, ਪਰ ਕਿਸੇ ਪਾਸਿਓਂ ਕੋਈ ਹੁੰਗਾਰਾ ਨਹੀਂ ਆਇਆ। ਉਹਨੂੰ ਬਾਹਰ ਕੱਢਣ ਲਈ ਕੋਈ ਨਾ ਬੋੜਿਆ। ਬੂਹਾ ਖੜਕਾ ਕੇ, ਆਵਾਜ਼ਾਂ ਮਾਰ ਕੇ, ਥੱਕ ਹਾਰ ਕੇ ਬਸੰਤ ਵੀ ਸਕੂਲ ਵਿੱਚ ਪਸਰੀ ਚੁੱਪ ਵਿੱਚ ਸ਼ਾਮਲ ਹੋ ਗਿਆ। ਕੁਝ ਪਲ ਉਹ ਬੂਹੇ ਕੋਲ ਖੜਾ ਰਿਹਾ। ਉਹ ਸੋਚਣ ਲੱਗਾ, ਮਾਸਟਰ ਜੀ ਜਾਣਬੁੱਝ ਕੇ ਜਿੰਦਰਾ ਲਾ ਕੇ ਗਏ ਆ। ਉਹ ਹੁਣੇ ਮੁੜ ਕੇ ਆਉਣਗੇ ਤੇ ਜਿੰਦਰਾ ਖੋਲ ਕੇ ਮੈਨੂੰ ਕੱਢਣਗੇ। ਤੇ ਬਸੰਤ ਨੇ ਚੁੱਪਚਾਪ ਉਡੀਕ ਕਰਨ ਦਾ ਫੈਸਲਾ ਕੀਤਾ। ਉਹ ਖਿੜਕੀ ਕੋਲ ਖਿਲਰੇ ਪਏ ਬਸਤੇ ਕੋਲ ਜਾ ਬੈਠਾ ਤੇ ਕਾਪੀ ਉੱਤੇ ਦਸਤਕ ਦੇ ਪਹਾੜੇ ਦੁਬਾਰਾ ਲਿਖਣ ਲੱਗਾ। ਪਹਾੜੇ ਮੁਕਾ ਕੇ ਉਹਨੇ 100 ਤੱਕ ਗਿਣਤੀ ਵੀ ਲਿਖ ਲਈ। ਉਹਨੇ ਸੋਚਿਆ, ਮਾਸਟਰ ਜੀ ਜਦੋਂ ਪਹਾੜੇ ਤੇ ਗਿਣਤੀ ਦੇਖਣਗੇ ਤਾਂ ਸ਼ਾਬਾਸ਼ ਦੇਣਗੇ। ਮੈਂ ਉਹਨਾਂ ਨੂੰ ਆਖਾਂਗਾ, ਮਾਸਟਰ ਜੀ ਅੱਗੇ ਤੋਂ ਮੈਂ ਚਾੜ ਨਹੀਂ ਕਰਦਾ। ਇਹ ਸ਼ਬਦ ਸੋਚਦੇ ਹੋਏ ਉਹਨੇ ਦੂਜੀ ਕਾਪੀ ਚੁੱਕ ਲਈ ਤੇ ਕਿਤਾਬਾਂ ਵਿੱਚੋਂ ਦੇਖ ਦੇਖ ਕੇ ਸੁਲੇਖ ਲਿਖਣ ਲੱਗ ਪਿਆ। ਉਹਦੇ ਸਾਹਮਣੇ ਕਵਿਤਾਵਾਂ ਦਾ ਪੰਨਾ ਖੁੱਲਾ ਸੀ। ਉਹਨੇ ਪਹਿਲੀ ਪੰਕਤੀ ਲਿਖੀ, ਕਾਲੇ ਕਾਲੇ ਬੱਦਲ ਆਏ, ਮਿੱਠਾ ਮਿੱਠਾ ਪਾਣੀ ਲਿਆਏ। ਤੇ ਬਸੰਤ ਨੂੰ ਫੇਰ ਤੇਲ ਆ ਗਈ। ਹੁਣ ਤੱਕ ਉਹ ਕੰਮ ਕਰਕੇ ਚੰਗਾ ਬਣ ਕੇ ਦਿਖਾਉਣ ਦੇ ਚੱਕਰ ਵਿੱਚ ਤੇ ਭੁੱਲ ਗਿਆ ਸੀ। ਉਹ ਕਾਪੀ ਪੈਨਸਿਲ ਫਰਸ਼ ਤੇ ਰੱਖ ਕੇ ਬੂਹੇ ਵੱਲ ਤੁਰ ਪਿਆ, ਪਰ ਪਾਣੀ ਤਾਂ ਬੰਦ ਬੂਹੇ ਤੋਂ ਬਾਹਰ ਸੀ ਤੇ ਬਾਹਰ ਜਿੰਦਰਾ ਲੱਗਿਆ ਹੋਇਆ ਸੀ। ਉਹਨੇ ਬੂਹਾ ਖੜਕਾਇਆ, ਬਾਹਰ ਕੋਈ ਹਿਲਜੁਲ ਨਾ ਹੋਈ, ਕੋਈ ਬੂਹਾ ਖੋਲਣ ਨਾ ਆਇਆ। ਸੱਜੀ ਕੰਧ ਦੇ ਨਾਲੋਂ ਲੰਘਦੇ ਪਹੇ ਤੇ ਕਿਸੇ ਦੀ ਆਹਟ ਸੁਣਾਈ ਦਿੱਤੀ। ਬਸੰਤ ਨੇ ਹੋਰ ਜ਼ੋਰ ਸ਼ੋਰ ਨਾਲ ਬੂਹਾ ਖੜਕਾਇਆ, ਹੋਰ ਉੱਚੀ ਆਵਾਜ਼ਾਂ ਮਾਰੀਆਂ, ਬੂਹਾ ਖੋਲੋ, ਮੈਨੂੰ ਕੱਢੋ, ਮੈਂ ਪਾਣੀ ਪੀਣਾ, ਤੇ ਲੱਗੀ ਹੈ ਮੈਨੂੰ, ਬੇਬੇ ਮੈਨੂੰ ਲੈ ਜਾ, ਬੇਬੇ ਤੇ ਲੱਗੀ ਹੈ, ਭੁੱਖ ਵੀ ਲੱਗੀ ਹੈ, ਬਾਪੂ। ਉਹਨੇ ਪੂਰਾ ਜ਼ੋਰ ਲਾ ਕੇ ਬੂਹਾ ਖੜਕਾਇਆ। ਖੜਕਾਉਂਦਾ ਖੜਕਾਉਂਦਾ ਰੋਣ ਲੱਗ ਪਿਆ। ਉਹਦੇ ਨਿੱਕੇ ਨਿੱਕੇ ਗੋਲ ਗੋਲ ਤੇ ਗੋਰੇ ਹੱਥ ਬੂਹੇ ਨਾਲ ਵੱਜ ਵੱਜ ਕੇ ਲਾਲ ਹੋ ਗਏ, ਦੁਖਣ ਲੱਗ ਪਏ। ਹੰਝੂਆਂ ਦੀਆਂ ਕਰਾਲਾਂ ਨਾਲ ਗੋਰੀਆਂ ਗੱਲਾਂ ਘਸਮੈਲੀਆਂ ਹੋ ਗਈਆਂ। ਕਾਫੀ ਦੇਰ ਤੱਕ ਉਹ ਬੂਹਾ ਖੜਕਾਉਂਦਾ ਰਿਹਾ ਤੇ ਭੁੱਖ ਤੇ ਇਹਦੇ ਵਾਸਤੇ ਪਾਉਂਦਾ ਰਿਹਾ। ਫਿਰ ਉਹ ਥੱਕ ਗਿਆ, ਹੰਭ ਗਿਆ ਤੇ ਨਿਢਾਲ ਹੋ ਕੇ ਬੂਹੇ ਦੇ ਕੋਲ ਹੀ ਬੈਠ ਗਿਆ। ਖੇਤਾਂ ਵਾਲੇ ਪਾਸਿਓਂ ਕੋਈ ਆਵਾਜ਼ ਸੁਣਾਈ ਦਿੱਤੀ। ਬਸੰਤ ਬੂਹੇ ਕੋਲੋਂ ਉੱਠ ਕੇ ਖਿੜਕੀ ਵੱਲ ਆ ਗਿਆ ਤੇ ਖਿੜਕੀ ਖੜਕਾਉਣ ਲੱਗ ਪਿਆ। ਲੋਹੇ ਦੀ ਗ੍ਰਿਲ ਵਿੱਚੋਂ ਹੀ ਖੜਕਾਉਂਦਿਆਂ ਉਹਦੇ ਹੱਥ ਹੋਰ ਦੁਖਣ ਲੱਗ ਪਏ। ਉਹਨੇ ਹੇਠਾਂ ਬਸਤੇ ਕੋਲ ਪਈ ਸਲੇਟ ਚੁੱਕ ਲਈ। ਉਹ ਸਲੇਟ ਨਾਲ ਖਿੜਕੀ ਭੰਨਣ ਲੱਗ ਪਿਆ। ਇਸ ਸਾਰੀ ਜੱਦੋ-ਜਹਿਦ ਦਾ ਵੀ ਕੋਈ ਨਤੀਜਾ ਨਾ ਨਿਕਲਿਆ, ਸਗੋਂ ਉਹ ਹੋਰ ਵਧੇਰੇ ਥੱਕ ਗਿਆ, ਹੰਭ ਗਿਆ, ਹਾਰ ਗਿਆ।
ਉਹਦੀ ਤੇ ਹੋਰ ਵੱਧ ਗਈ, ਗਲਾ ਖੁਸ਼ਕ ਹੋ ਗਿਆ, ਉਹਨੂੰ ਸਾਹ ਚੜ ਗਿਆ। ਸਲੇਟ ਵਾਲਾ ਉਹਦਾ ਹੱਥ ਢਿੱਲਾ ਪੈ ਗਿਆ, ਸਲੇਟ ਉਹਦੇ ਹੱਥੋਂ ਡਿੱਗ ਪਈ। ਉਹਨੇ ਦੋਵੇਂ ਹੱਥਾਂ ਨਾਲ ਲੋਹੇ ਦੀ ਗ੍ਰਿਲ ਫੜ ਲਈ। ਉਹਦਾ ਸਿਰ ਖਿੜਕੀ ਦੇ ਹੇਠਾਂ ਕੰਧ ਨਾਲ ਲੱਗ ਗਿਆ। ਕੁਝ ਦੇਰ ਬਾਅਦ ਉਹਦੇ ਹੱਥਾਂ ਦੀ ਪਕੜ ਵੀ ਢਿੱਲੀ ਪੈ ਗਈ। ਉਹ ਤੋਰੀ ਦੀ ਉਸ ਵੇੜ ਵਾਂਗ ਕੰਧ ਨਾਲ ਘਸਰਦਾ ਹੇਠਾਂ ਨੂੰ ਢਿਲਕ ਗਿਆ, ਜਿਹਨੂੰ ਦਰਖਤ, ਵਾੜ ਜਾਂ ਕੰਧ ਦਾ ਮਿਲਿਆ ਸਹਾਰਾ ਖੋਹ ਲਿਆ ਗਿਆ ਹੋਵੇ। ਉਹਦੇ ਅੰਦਰ ਬੈਠੇ ਰਹਿਣ ਦੀ ਹਿੰਮਤ ਵੀ ਨਹੀਂ ਸੀ ਬਚੀ। ਉਹ ਨਿਟਾਲ ਹੋ ਕੇ ਲੰਮਾ ਪੈ ਗਿਆ। ਉਹਦਾ ਸਿਰ ਸਹਿਜ ਸੁਭਾਅ ਹੀ ਬਸਤੇ ਉੱਤੇ ਜਾ ਟਿਕਿਆ। ਪਏ ਪਏ ਉਸਨੂੰ ਪਤਾ ਨਹੀਂ ਕਦੋਂ ਨੀਂਦ ਆ ਗਈ, ਗੂੜੀ ਨੀਂਦ। ਸਕੂਲੋਂ ਉਹ ਘਰ ਨੂੰ ਤੁਰਿਆ ਜਾ ਰਿਹਾ ਸੀ। ਖੇਤੋਂ ਮੁੜਦੇ ਉਹਦੇ ਬਾਪੂ ਨੇ ਉਹਨੂੰ ਗੱਡੇ ਉੱਤੇ ਬਿਠਾ ਲਿਆ। ਗੱਡੇ ਦੇ ਪਹੀਏ ਚੀਂ ਚੀਂ ਕਰ ਰਹੇ ਸਨ, ਬਲਦਾਂ ਦੇ ਗਲੀ ਘੁੰਗਰੂ ਛਣਕ ਰਹੇ ਸਨ। ਬਾਪੂ ਬਲਦਾਂ ਨੂੰ ਹੱਕ ਰਿਹਾ ਸੀ, ਚੱਲ ਸ਼ੇਰਾ, ਚੱਲ ਬਈ। ਫਿਰ ਉਹ ਮਾਮੇ ਦੀ ਘੋੜੀ ਉੱਤੇ ਚੜ ਗਿਆ। ਨਾਨਕੇ ਘਰ ਉਹ ਭੋਲੂ, ਭਿੰਦੀ ਤੇ ਨੰਦੀ ਨਾਲ ਲੁੱਕ ਮਚਾਈ ਖੇਡ ਰਿਹਾ ਸੀ। ਉਹ ਤੂੜੀ ਵਾਲੇ ਕੋਠੇ ਵਿੱਚ ਲੁਕ ਗਿਆ ਸੀ। ਭੋਲੂ ਉਹਨੂੰ ਲੱਭ ਰਿਹਾ ਸੀ ਤੇ ਆਵਾਜ਼ਾਂ ਮਾਰ ਰਿਹਾ ਸੀ, ਬਸੰਤੇ, ਬਸੰਤੇ। ਫਿਰ ਭਿੰਦੀ ਦੀ ਆਵਾਜ਼ ਆਈ, ਬਸੰਤੇ ਓਏ। ਹਰਦਿਆਲ ਕਹਿ ਰਿਹਾ ਸੀ, ਇੱਥੇ ਤਾਂ ਕਿਤੇ ਦਿਸਦਾ ਨਹੀਂ। ਫਿਰ ਭਿੰਦੀ ਬੋਲਿਆ, ਨਾ ਹੈ ਨਹੀਂ ਕਿਤੇ। ਤੇ ਬਸੰਤ ਚੁੱਪ ਕੀਤਾ, ਲੁਕਿਆ ਰਿਹਾ। ਲੁਕੇ ਲੁਕੇ ਨੂੰ ਤੇ ਲੱਗੀ। ਉਹ ਸੂਏ ਦੇ ਕੰਢੇ ਬੈਠ ਗਿਆ। ਉਹਨੇ ਪਾਣੀ ਦੀ ਝੋਲੀ ਭਰੀ, ਮੂੰਹ ਨੂੰ ਲਾਈ ਤਾਂ ਝੋਲੀ ਖਾਲੀ ਸੀ। ਉਹ ਸੂਏ ਵਿੱਚ ਡਿੱਗ ਪਿਆ। ਸੂਆ ਨਹੀਂ, ਉਹ ਤਾਂ ਵੱਡੀ ਨਹਿਰ ਸੀ। ਉਹ ਡੁੱਬਣ ਲੱਗਾ। ਉਹਨੇ ਨਿਕਲਣ ਲਈ ਜ਼ੋਰ ਲਾਇਆ, ਬਹੁਤ ਹੱਥ ਪੈਰ ਮਾਰੇ, ਪਰ ਉਹ ਨਿਕਲ ਨਹੀਂ ਸਕਿਆ। ਉਹਦਾ ਗਲਾ ਖੁਸ਼ਕ ਹੋ ਗਿਆ, ਉਹਦਾ ਸਾਹ ਘੁੱਟਣ ਲੱਗਿਆ। ਉਹਨੇ ਜ਼ੋਰ ਦੀ ਚੀਕ ਮਾਰੀ, ਬੇਬੇ, ਤੇ ਉਹ ਉੱਠ ਕੇ ਬੈਠ ਗਿਆ। ਇੱਧਰ ਉੱਧਰ ਦੇਖਿਆ, ਘੋੜੀ ਨਹੀਂ ਸੀ, ਗੱਡਾ ਨਹੀਂ ਸੀ। ਉਹਦੇ ਨਾਲ ਲੁੱਕ ਮਚਾਈ ਖੇਡਣ ਵਾਲੇ ਭੋਲੂ, ਭਿੰਦੀ, ਹਰਦਿਆਲ ਵੀ ਉੱਥੇ ਨਹੀਂ ਸਨ। ਸਾਰੇ ਜਣੇ ਕਿਧਰੇ ਗਾਇਬ ਹੋ ਗਏ ਸਨ। ਵੱਡੇ ਕਮਰੇ ਵਿੱਚੋਂ ਉਹ ਇਕੱਲਾ ਸੀ। ਪਹੇ ਉੱਤੋਂ ਲੋਕ ਲੰਘ ਰਹੇ ਸਨ, ਖੇਤੋਂ ਪੱਠੇ ਲੈ ਕੇ, ਗੱਡੇ ਲੈ ਕੇ ਤੇ ਵੱਗ ਹੱਕਦੇ ਹੋਏ। ਬਸੰਤ ਨੂੰ ਉਹਨਾਂ ਦੀਆਂ ਆਵਾਜ਼ਾਂ, ਬਲਦਾਂ ਦੇ ਗਲਾਂ ਵਿੱਚ ਪਏ ਘੁੰਗਰੂਆਂ ਦੀ ਛਣਕਾਰ ਕਦੇ ਮੱਧਮ, ਕਦੇ ਸਾਫ਼ ਸੁਣਾਈ ਦੇ ਰਹੀ ਸੀ। ਉਹਨੇ ਬੈਠੇ ਬੈਠੇ ਨੇ ਲੰਘਣ ਵਾਲਿਆਂ ਨੂੰ ਆਵਾਜ਼ ਦਿੱਤੀ, ਪਰ ਤੇ ਨਾਲ ਭੰਨੇ ਖੁਸ਼ਕ ਗਲੇ ਵਿੱਚੋਂ ਉਹਦੀ ਆਵਾਜ਼ ਭਰੜਾ ਕੇ ਨਿਕਲੀ ਤੇ ਕਮਰੇ ਦੀਆਂ ਕੰਧਾਂ ਨਾਲ ਹੀ ਟਕਰਾ ਕੇ ਰਹਿ ਗਈ। ਫਿਰ ਉਹ ਹਿੰਮਤ ਕਰਕੇ ਉੱਠਿਆ, ਸਲੇਟ ਲੈ ਕੇ ਫਿਰ ਬੂਹਾ ਭੰਨਣ ਲੱਗ ਪਿਆ। ਉਹਨੇ ਖੇਤ ਵੱਲ ਦੀਆਂ ਖਿੜਕੀਆਂ ਵੀ ਖੜਕਾਈਆਂ, ਪਰ ਉਹਦੀ ਕੋਈ ਕੋਸ਼ਿਸ਼ ਕਿਸੇ ਦਾ ਧਿਆਨ ਨਾ ਖਿੱਚ ਸਕੀ। ਹੌਲੀ ਹੌਲੀ ਖੇਤਾਂ ਵਾਲਿਆਂ ਦੀ ਆਵਾਜਾਈ ਵੀ ਖਤਮ ਹੋ ਗਈ। ਖਿੜਕੀਆਂ ਦੇ ਉਤਲੇ ਸ਼ੀਸ਼ਿਆਂ ਤੇ ਰੌਸ਼ਨਦਾਨਾਂ ਵਿੱਚੋਂ ਦੀ ਵੜਿਆ ਸ਼ਾਮ ਦਾ ਕੁਸਮਸਾ ਹਨੇਰੇ ਵਿੱਚ ਬਦਲ ਗਿਆ। ਬਸੰਤ ਦਾ ਬਸਤਾ, ਬਸਤੇ ਦਾ ਖਿਲ ਰਿਹਾ ਸਾਮਾਨ, ਸਭ ਕੁਝ ਹਨੇਰੇ ਵਿੱਚ ਸਮਾ ਗਿਆ। ਖਿੜਕੀਆਂ ਤੇ ਰੌਸ਼ਨਦਾਨਾਂ ਵਿੱਚੋਂ ਦੀ ਤਾਰਿਆਂ ਦੀ ਮੱਧਮ ਜਿਹੀ ਲੋ ਦਿਖਾਈ ਦੇ ਰਹੀ ਸੀ। ਪਿਛਲੇ ਪਾਸੇ ਲੱਗੇ ਸਫੈਦਿਆਂ ਦੀਆਂ ਟਾਹਣੀਆਂ ਦੇ ਝੌਲੇ ਪੈ ਰਹੇ ਸਨ। ਉਹ ਬਸੰਤ ਨੂੰ ਭੂਤ ਪ੍ਰੇਤ ਜਾਪ ਰਹੇ ਸਨ। ਛੱਪੜ ਦੇ ਪਰਲੇ ਪਾਸਿਓਂ ਗੁਰਦੁਆਰੇ ਦੇ ਸਪੀਕਰ ਵਿੱਚੋਂ ਆਵਾਜ਼ ਸੁਣਾਈ ਦਿੱਤੀ, ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸੰਤ ਬੂਹੇ ਬਾਰੀਆਂ ਖੜਕਾਉਣੇ ਬੰਦ ਕਰਕੇ ਸਪੀਕਰ ਦੀ ਆਵਾਜ਼ ਸੁਣਨ ਲੱਗ ਪਿਆ। ਭਾਈ ਜੀ ਕਹਿ ਰਿਹਾ ਸੀ, ਸਾਧ ਸੰਗਤ ਜੀ, ਜਿਵੇਂ ਕਿ ਆਪ ਜੀ ਨੂੰ ਪਹਿਲਾਂ ਵੀ ਸੂਚਨਾ ਦਿੱਤੀ ਜਾ ਚੁੱਕੀ ਆ ਕਿ ਆਪਣੇ ਪਿੰਡ ਦੇ ਸਰਦਾਰ ਦਲਜੀਤ ਸਿੰਘ ਦਾ ਦੂਜੀ ਜਮਾਤ ਵਿੱਚ ਪੜ੍ਹਦਾ ਸਪੁੱਤਰ ਬਸੰਤ ਸਿੰਘ ਸਕੂਲੋਂ ਛੁੱਟੀ ਹੋਣ ਉਪਰੰਤ ਘਰ ਨਹੀਂ ਅੱਪੜਿਆ। ਜਿਸ ਮਾਈ ਭਾਈ ਨੂੰ ਉਹਦੀ ਸੂਹ ਲੱਗੇ, ਤੁਰੰਤ ਸੂਚਨਾ ਦੇਣ ਦੀ ਖੇਚਲ ਕਰੇ। ਬਾਲਕ ਦੇ ਮਾਤਾ ਪਿਤਾ ਤੇ ਉਹਦੀ ਬਿਰਧ ਦਾਦੀ ਉਹਨੂੰ ਲੱਭਦੇ ਹਾਲੋ ਬਿਹਾਲ ਹੋਏ ਪਏ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਚਨਾ ਸੁਣਦਿਆਂ ਹੀ ਬਸੰਤ ਭਰੜਾਈ ਆਵਾਜ਼ ਵਿੱਚ ਚੀਕ ਉੱਠਿਆ, ਬੇਬੇ, ਬਾਪੂ, ਮੈਂ ਇੱਥੇ ਆ ਸਕੂਲ 'ਚ, ਮੈਨੂੰ ਲੈ ਜਾਓ, ਮੈਨੂੰ ਤੇ ਲੱਗੀ ਆ। ਬੇਬੇ, ਬਾਪੂ, ਮੈਂ ਇੱਥੇ ਆ ਸਕੂਲ 'ਚ, ਮੈਨੂੰ ਲੈ ਜਾਓ, ਮੈਨੂੰ ਤੇ ਲੱਗੀ ਆ, ਭੁੱਖ ਵੀ ਲੱਗੀ ਆ। ਬੇਬੇ, ਮੈਨੂੰ ਡਰ ਲੱਗਦਾ, ਭੂਤ ਫਿਰਦੇ ਆ, ਮੈਨੂੰ ਬਹੁਤ ਡਰ ਲੱਗਦਾ। ਬਾਪੂ, ਮੈਨੂੰ ਲੈ ਜਾ,
ਪਾਣੀ ਪੀਣਾ ਹੈ। ਮਾਸਟਰ ਜੀ ਨੂੰ ਆਖੀ ਹੁਣ ਮੈਂ ਚੋਰ ਨਹੀਂ ਕਰਦਾ, ਮੈਂ ਪਹਾੜੇ ਲਿਖ ਲਏ, ਗਿਣਤੀ ਵੀ ਲਿਖ ਲਈ, ਮੈਂ ਕੰਮ ਕਰਿਆ ਕਰੂੰਗਾ, ਕਿਸੇ ਨੂੰ ਤੰਗ ਨਹੀਂ ਕਰਦਾ। ਗੁਰਦੁਆਰੇ ਦਾ ਸਪੀਕਰ 2-3 ਵਾਰ ਸੂਚਨਾ ਦੇ ਕੇ ਚੁੱਪ ਕਰ ਗਿਆ। ਬਸੰਤ ਦੀ ਬੈਠੀ ਆਵਾਜ਼ ਉਹਦੇ ਤੱਕ ਹੀ ਰਹਿ ਗਈ। ਸਪੀਕਰ ਤੋਂ ਬਾਅਦ ਕਿਧਰੋਂ ਕੋਈ ਆਵਾਜ਼ ਨਾ ਆਈ। ਕਦੇ ਕਦਾਈ ਪਹੇ ਤੋਂ ਲੰਘਦੇ ਮੱਧਮ ਜਿਹੀ ਕੋਈ ਆਵਾਜ਼ ਸੁਣਾਈ ਦਿੰਦੀ। ਬਸੰਤ ਦਾ ਕਿਸੇ ਦੀ ਆਵਾਜ਼ ਨਾਲ ਕੋਈ ਰਾਬਤਾ ਕਾਇਮ ਨਾ ਹੋ ਸਕਿਆ। ਉਹ ਇਸ ਚੁੱਪ ਜਾਣ ਤੋਂ ਹੋਰ ਡਰ ਗਿਆ। ਭੁੱਖ ਤੇ ਨੇ ਉਹਨੂੰ ਬਹੁਤ ਨਿਢਾਲ ਕਰ ਦਿੱਤਾ ਸੀ। ਉਹਦੇ ਮੂੰਹ ਦਾ ਲੁਆਬ ਕਦੋਂ ਦਾ ਸੁੱਕ ਚੁੱਕਾ ਸੀ। ਖੁਸ਼ਕ ਹੋ ਕੇ ਖੁਰਦਰੀ ਹੋ ਚੁੱਕੀ ਉਹਦੀ ਜੀਭ ਨੂੰ ਜਿਵੇਂ ਕੋਈ ਪਿੱਛੇ ਨੂੰ ਖਿੱਚ ਰਿਹਾ ਹੋਵੇ। ਹੌਲੀ ਹੌਲੀ ਉਹਦੀ ਹਾਲਤ ਇਹ ਹੋ ਗਈ ਕਿ ਉਹ ਜਦੋਂ ਬੇਬੇ ਬਾਪੂ ਨੂੰ ਸੱਦਣ ਲਈ ਮੂੰਹ ਖੋਲ੍ਹਦਾ ਤਾਂ ਉਹਦੀ ਆਵਾਜ਼ ਗਲੇ ਤੋਂ ਬਾਹਰ ਨਾ ਨਿਕਲਦੀ। ਰੌਸ਼ਨਦਾਨ ਵਿੱਚ ਰੈਣ ਬਸੇਰਾ ਕਰਦੇ ਕਿਸੇ ਪੰਛੀ ਨੇ ਖੰਭ ਫੜਫੜਾਏ ਤਾਂ ਬਸੰਤ ਥਰ-ਥਰ ਕੰਬਣ ਲੱਗਾ। ਉਹਨੂੰ ਜਾਪਿਆ ਉਹਨੂੰ ਖਾਣ ਲਈ ਕੋਈ ਭੂਤ ਰੌਸ਼ਨਦਾਨ ਵਿੱਚ ਆ ਬੈਠਾ ਹੈ। ਭੂਤ ਤੋਂ ਬਚਣ ਲਈ ਉਹ ਬਸਤੇ ਦੇ ਕੋਲ ਖੂੰਜੇ ਵਿੱਚ ਕੁੰਗੜ ਕੇ ਬੈਠ ਗਿਆ। ਉਹਦਾ ਨਿੱਕਾ ਜਿਹਾ ਦਿਲ ਜ਼ੋਰ ਦੇ ਧੜਕ ਰਿਹਾ ਸੀ। ਘੁੱਪ ਹਨੇਰੇ ਵਿੱਚ ਚੁੱਪ ਨੂੰ ਤੋੜਦਾ ਕੋਈ ਮਾਮੂਲੀ ਜਿਹਾ ਖੜਕਾ ਇਸ ਧੜਕਣ ਨੂੰ ਹੋਰ ਵਧਾ ਦਿੰਦਾ ਸੀ। ਪਿੱਪਲ ਦੇ ਟਾਹਣਿਆਂ ਵਿੱਚ ਅਚਾਨਕ ਖੜਖੜ ਹੋਈ। ਬਸੰਤ ਦੀ ਭਰੜਾਈ ਚੀਕ ਨਿਕਲ ਗਈ। ਸ਼ਾਇਦ ਪਿੱਪਲ ਉੱਤੇ ਕੋਈ ਚਮਗਿੱਦੜ ਜਾਂ ਉੱਲੂ ਆ ਕੇ ਬੈਠਿਆ ਸੀ ਜਾਂ ਸ਼ਾਇਦ ਉੱਡਿਆ ਸੀ। ਬਸੰਤ ਨੇ ਡਰ ਕੇ ਗੋਡਿਆਂ ਵਿੱਚ ਮੂੰਹ ਲੁਕੋ ਲਿਆ ਤੇ ਸਿਰ ਉਤੋਂ ਦੀ ਬਾਹਾਂ ਵੜ ਲਈਆਂ। ਆਲੇ ਦੁਆਲੇ ਫੇਰ ਇੱਕ ਡਰਾਉਣੀ ਚੁੱਪ ਸੀ। ਗੂੜਾ ਹਨੇਰਾ ਸੀ। ਬਸੰਤ ਨੂੰ ਲੱਗ ਰਿਹਾ ਸੀ ਹੁਣੇ ਕੋਈ ਭੂਤ ਰੌਸ਼ਨਦਾਨ ਵਿੱਚੋਂ ਦੀ ਛਾਲ ਮਾਰੇਗਾ ਤੇ ਉਹਨੂੰ ਫੜ ਲਏਗਾ। ਕੁਝ ਪਲ ਇਸੇ ਸਥਿਤੀ ਵਿੱਚ ਬੀਤੇ। ਫੇਰ ਅਚਾਨਕ ਨੇੜੇ ਦੇ ਖੇਤਾਂ ਵਿੱਚ ਗਿੱਦੜ ਹੁਆਂਕ ਉੱਠੇ। ਪਹਿਲਾਂ ਇੱਕ, ਫਿਰ ਦੋ, ਫਿਰ ਕਈ। ਬਸੰਤ ਨੂੰ ਲੱਗਿਆ ਰੌਸ਼ਨਦਾਨਾਂ ਵਿੱਚੋਂ ਬਹੁਤ ਸਾਰੇ ਭੂਤ ਉਹਦੇ ਉੱਤੇ ਟੁੱਟ ਪਏ ਨੇ। ਉਹ ਦਹਿਲ ਗਿਆ। ਸਿਰ ਦੁਆਲੇ ਵਾਲੀਆਂ ਬਾਹਾਂ ਖੁੱਲ ਗਈਆਂ। ਉਹਦੇ ਹੱਥ ਇੱਕਦਮ ਉੱਪਰ ਵੱਲ ਨੂੰ ਇੰਜ ਫੈਲੇ ਜਿਵੇਂ ਰੌਸ਼ਨਦਾਨਾਂ ਵੱਲੋਂ ਉਹਦੀ ਕਿਸੇ ਬਲਾ ਨੂੰ ਰੋਕ ਰਹੇ ਹੋਣ। ਉਹਦੀ ਭਰੜਾਈ ਚੀਕ ਨਾਲ ਹਨੇਰਾ ਕਮਰਾ ਗੂੰਜ ਉੱਠਿਆ। ਉਹਨੇ ਲੇਰ ਮਾਰੀ, ਬੇਬੇ! ਤੇ ਉਹ ਇੱਕ ਪਾਸੇ ਨੂੰ ਢੇਰੀ ਹੋ ਗਿਆ। ਅੱਧੀ ਰਾਤ ਤੋਂ ਪਿੱਛੋਂ ਲੋਕਾਂ ਨੇ ਪਿੰਡ ਵੱਲ ਆਉਂਦੀ ਮੋਟਰਸਾਈਕਲ ਦੀ ਆਵਾਜ਼ ਸੁਣੀ। ਸਾਰੇ ਛੱਪੜ ਕੋਲ ਪਿੰਡ ਨੂੰ ਆਉਂਦੇ ਰਾਹ ਉੱਤੇ ਆ ਇਕੱਠੇ ਹੋਏ। ਸੰਧੂਆਂ ਦੇ ਜਗੀਰੇ ਤੇ ਪੰਡਤਾਂ ਦੇ ਕਿੱਛੀ ਨੂੰ ਮਾਸਟਰ ਨੇ ਚਾਬੀਆਂ ਦੇ ਕੇ ਮੋੜ ਦਿੱਤਾ ਸੀ। ਉਹ ਛੱਪੜ ਕੋਲ ਰੁਕੇ ਨਹੀਂ, ਸਿੱਧੇ ਸਕੂਲ ਵੱਲ ਵੱਧ ਗਏ। ਪਿੰਡ ਵਾਲੇ ਵੀ ਭੱਜ ਕੇ ਸਕੂਲ ਅੱਪੜ ਗਏ। ਉਹ ਪੁੱਛ ਰਹੇ ਸਨ, ਮਾਸਟਰ ਤੋਂ ਕੁਝ ਪਤਾ ਚੱਲਿਆ? ਆਹੋ, ਕਹਿ ਕੇ ਜਗੀਰੇ ਨੇ ਕਾਲੀ ਕਾਲੀ ਗੇਟ ਖੋਲਿਆ ਤੇ ਫੇਰ ਕਮਰੇ ਦਾ ਬੂਹਾ। ਬੈਟਰੀਆਂ ਦੇ ਚਾਨਣ ਵਿੱਚ ਸਭ ਨੇ ਦੇਖਿਆ ਬਸੰਤ ਬਸਤੇ ਉੱਤੇ ਸਿਰ ਟਿਕਾਈ ਪਿਆ ਸੀ। ਉਹਦੀ ਬੇਬੇ ਨੇ ਧਾ ਕੇ ਬੁੱਕਲ ਵਿੱਚ ਲੈ ਲਿਆ, ਛਾਤੀ ਨਾਲ ਕੁੱਟਿਆ, ਜਗਾਉਣ ਲਈ ਬੁਲਾਇਆ, ਹਿਲਾਇਆ, ਚੁੰਮਿਆ। ਚੁੰਮਦਿਆਂ ਉਹ ਅਚਾਨਕ ਰੁਕ ਗਈ। ਉਹਦਾ ਸੱਜਾ ਕੰਨ ਬੱਚੇ ਦੀ ਨਿੱਕੀ ਜਿਹੀ ਹਿੱਕ ਉੱਤੇ ਟਿਕ ਗਿਆ। ਉਹਦੇ ਹੱਥ ਬੱਚੇ ਦੀਆਂ ਨਬਜ਼ਾਂ ਟੋਣ ਲੱਗੇ। ਫੇਰ ਉਹਨੇ ਆਕਾਸ਼ ਤੱਕ ਨੂੰ ਚੀਰ ਸੁੱਟਣ ਵਾਲੀ ਧਾ ਮਾਰੀ। ਵੇ ਮੇਰੇ ਆਪਣਾ ਕੁਆ ਪੁੱਤਾ! ਤੇ ਉਹ ਜਿੱਥੇ ਬੈਠੀ ਸੀ ਬਸੰਤ ਨੂੰ ਹਿੱਕ ਨਾਲ ਕੁੱਟੀ, ਪਛਾੜ ਖਾ ਕੇ ਉੱਥੇ ਹੀ ਡਿੱਗ ਪਈ।